ਦੋਹਰਾ ਸਤਿਗੁਰ ਦੀਨਾਨਾਥ ਜੀ, ਦਇਆ ਸਿੰਧ ਸਿਰ ਮੌਰ, ਅਦਕ ਪ੍ਰਕਾਸ਼ਤ ਜਗ ਭਾਏ, ਸਾਮਨੇ ਕੋ ਕਿਤ ਔਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਪਤਿਤ ਪਾਵਨ ਗੁਰੂ ਗਰੀਬ ਨਿਵਾਜ ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿਖੇ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਤੇ ਆਪਣੇ ਦੁੱਖਾਂ ਨੂੰ ਦੂਰ ਕਰਦੇ ਹੋਏ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਸੰਗਤ ਦੀ ਮਹਿਮਾ ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ ਵਿਖੇ ਦਰਸਾਈ ਹੈ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭਏ ਚੀਤਾ। ਕਿ ਜਿਹੜਾ ਗੁਰਮੁਖ ਰੱਬ ਦਾ ਪਿਆਰਾ ਸਾਧ ਸੰਗਤ ਕਰਦਾ ਹੈ, ਉਹਦੇ ਅੰਤਸ਼ਕਰਨ ਦੀ ਮੈਲ, ਵਿਸ਼ੇ ਵਿਕਾਰ, ਅਗਿਆਨ, ਅਵਿਦਿਆ ਸਭ ਖਤਮ ਹੋ ਜਾਂਦੇ ਹਨ। ਉਹਦੇ ਹਿਰਦੇ ਵਿਖੇ ਗਿਆਨ ਦਾ ਪ੍ਰਕਾਸ਼ ਆ ਜਾਂਦਾ ਹੈ। ਜਿੱਥੇ ਗਿਆਨ ਆ ਗਿਆ ਉੱਥੇ ਦੁੱਖ ਨਹੀਂ। ਆਦਿ, ਵਿਆਧੀ, ਉਪਾਧੀ, ਇਹ ਤਿੰਨ ਤਰ੍ਹਾਂ ਦੇ ਤਾਪ ਉਹਦੇ ਨਸ਼ਟ ਹੋ ਜਾਂਦੇ ਹਨ। ਜਿਹੜਾ ਗੁਰਮੁਖ ਸੰਗਤ ਕਰਦੇ ਹੋਏ ਆਪਣੇ ਮਨ ਨੂੰ ਗੁਰੂ ਸ਼ਬਦ ਨਾਲ ਜੋੜਦਾ ਹੈ, ਇਹੀ ਗੁਰੂ ਸੰਗਤ ਦੀ ਮਹਿਮਾ ਹੈ। ਸਤਿਗੁਰੂ ਸਾਹਿਬ ਜੀ ਨੇ ਥਾਂ ਥਾਂ ਤੇ ਇਹ ਮਹਿਮਾ ਦਰਸਾਈ ਹੈ। ਇਸ ਕਰਕੇ ਅਸੀਂ ਸਾਰੇ ਹੀ ਵਡਭਾਗੇ ਆ ਕਿ ਰੋਜ਼ ਸ਼ਾਮ ਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰਦੇ ਹੋਏ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਇਤਿਹਾਸ ਸ਼ਰਵਣ ਕਰਦੇ ਆ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸ਼ਰਵਣ ਕੀਤਾ ਹੈ ਕਿ ਸਤਿਗੁਰੂ ਸਾਹਿਬ ਜੀ ਦੇ ਦੋ ਗੁਰਸਿੱਖ ਭਾਈ ਫਿਰਿਆ ਅਤੇ ਭਾਈ ਕਟਾਰਾ, ਇਹਨਾਂ ਦੋਵਾਂ ਗੁਰਸਿੱਖਾਂ ਨੇ ਆਪਣੇ ਇਲਾਕੇ ਵਿਖੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਜਿਹੜੇ ਜਿਹੜੇ ਗੋਰਖ ਦਾ ਜਾਪ ਕਰਦੇ, ਜਾਦੂ ਟੂਣੇ ਕਰਦੇ, ਜੰਤਰ ਮੰਤਰ ਕਰਦੇ, ਉਹਨਾਂ ਤੋਂ ਦੂਰ ਕਰਕੇ ਮਨੁੱਖਾਂ ਨੂੰ, ਲੋਕਾਂ ਨੂੰ ਸੰਗਤ ਨਾਲ ਜੋੜਿਆ ਹੈ। ਵੀ ਰੱਬ ਦੇ ਪਿਆਰਿਓ, ਇਹ ਪਖੰਡ ਕਰਨ ਨਾਲ ਰੱਬ ਨਹੀਂ ਮਿਲਦਾ। ਡਿੰਬਨ ਮੈਂ ਪਰਮੇਸ਼ਰ ਨਾਹੀਂ, ਪਖੰਡ ਵਿਖੇ ਰੱਬ ਨਹੀਂ। ਰੱਬ ਤੁਹਾਡੇ ਅੰਦਰ ਹੈ। ਨਾਮ ਦੁਆਰਾ ਉਹਦੀ ਪੂਜਾ ਕਰੋ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨ ਹੋਏ। ਬਿਨਾਂ ਨਾਮ ਤੋਂ ਪੂਜਾ ਨਹੀਂ ਹੁੰਦੀ। ਸੰਗਤ ਕਰੋ, ਧਰਮਸ਼ਾਲ ਬਣਾਓ, ਪਰਮਾਤਮਾ ਨੂੰ ਯਾਦ ਕਰੋ। ਇਸ ਤਰ੍ਹਾਂ ਇਹਨਾਂ ਦੋਵਾਂ ਗੁਰਸਿੱਖਾਂ ਨੇ ਪੂਰੇ ਇਲਾਕੇ ਨੂੰ ਗੁਰਸਿੱਖ ਬਣਾਤਾ। ਇਹਨਾਂ ਦੇ ਬਚਨ ਹੀ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਕਿ ਸਤਿਗੁਰੂ ਜੀ ਆਪ ਇਹਨਾਂ ਦੀ ਜ਼ੁਬਾਨ ਤੋਂ ਬੋਲਦੇ ਹਨ
ਇਸ ਤਰ੍ਹਾਂ ਪੂਰੇ ਇਲਾਕੇ ਵਿਖੇ ਇਹਨਾਂ ਗੁਰ ਕੇ ਪਿਆਰਿਆਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਤਕਰੀਬਨ 6 ਮਹੀਨੇ ਬਾਅਦ ਇਹ ਦੋਵੇਂ ਗੁਰਸਿੱਖ ਗੁਰੂ ਦੇ ਦਰਸ਼ਨ ਲਈ ਆਉਂਦੇ ਹਨ। ਦਰਸ਼ਨ ਕਰਕੇ ਫਿਰ ਆਪਣੇ ਇਲਾਕੇ ਵਿਖੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਨ। ਐਸੇ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਦੇ ਸਿੱਖ ਦੂਰ ਦੂਰ ਦੇਸ਼ਾਂ ਵਿਖੇ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ, ਤੇ ਇਸ ਪਾਸੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਕੀ ਭਾਣਾ ਵਰਤਾ ਰਹੇ ਹਨ। ਆਓ ਸਾਰੇ ਗੁਰਮੁਖ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਸਤਿਗੁਰੂ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਸਰਵਣ ਕਰੀਏ ਜੀ। ਸਾਰੇ ਗੁਰਮੁਖ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਦੀਨਾਨਾਥ ਜੀ, ਦਇਆ ਸਿੰਧ ਸਿਰ ਮੋਰ। ਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਮਹਿਮਾ ਕਰ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨਾਵੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਭ ਤੋਂ ਸ਼੍ਰੋਮਣੀ ਹਨ, ਦਇਆ ਦੇ ਸਾਗਰ ਹਨ, ਜਿਹੜੇ ਹਰ ਇੱਕ ਜੀਵ ਤੇ ਦਇਆ ਕਰਦੇ, ਬਖਸ਼ਿਸ਼ ਕਰਦੇ। ਐਸੇ ਗੁਰੂ ਅਮਰਦਾਸ ਜੀ ਦੇ ਗੁਣ ਭੱਟਾ ਨੇ ਵੀ ਬਿਆਨ ਕਰਦੇ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨਾਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। रुदर ध्यान ज्ञान सतगुर के, कब जन भल उन्ह जो गावै। भले अमरदास गुण तेरे, तेरी उपमा तोहे बन आवे। हे महाराज, भी इतने गुण एक जुबान तो केड़ा बंदा आख सकता है? कोई बंदा मीह दियां बूंदां नूं गिण नहीं सकता। कितनियां बूंदां वरखा द्वारा, ਮੀਂਹ ਦੁਆਰਾ ਧਰਤੀ ਤੇ ਡਿੱਗਦੀਆਂ, ਉਹਦੀ ਗਿਣਤੀ ਨਹੀਂ ਹੋ ਸਕਦੀ। ਬਸੰਤ ਰੀਤੂ ਵਿਖੇ ਜਿਹੜੇ ਫੁੱਲ ਗਿਣਦੇ ਹਨ, ਗਿਣੀ ਜਾਓ, ਗਿਣਤੀ ਹੋਣੀ ਨਹੀਂ, ਇਤਨੇ ਫੁੱਲ ਖਿੜੇ। ਹੋਰ ਅਨੇਕਾਂ ਪ੍ਰਮਾਣ ਦੇ ਕੇ ਵੀ ਕੋਈ ਬੰਦਾ ਭਾਵੇਂ ਇਹ ਸਭ ਕੰਮ ਕਰ ਵੀ ਲਵੇ, ਫੁੱਲਾਂ ਦੀ ਗਿਣਤੀ ਗਿਣ ਲਵੇ, ਬੂੰਦਾਂ ਨੂੰ ਗਿਣ ਲਵੇ। रुदर ध्यान ज्ञान सतगुर के, शिव जी का ध्यान कई कई साल समाधि विखे रहिंदा है, कोई ओदे ध्यान विखे खुब जावे, पर महाराज तुहाडे गुण कोई आख नहीं सकदा। तुसी तां दया दे सागर हो, सब ते बख्शिश करन वाले हो। अदक प्रकाशत जग भये, सामने को कित और। सतगुरु साहब जी दे कोई बराबर नहीं, जिन्हां ने सिक्खी दा प्रकाश कीता। बाहरी प्रकाश भी, अंदरूनी प्रकाश भी। सिक्खां नूं बाहरी तौर ते भी जोड़िया। समाज नाल जोड़न लई सिक्खां दा पहला दुनियावी पक्ष पूरा करना पैंदा है। उन्हां दी रोजी रोटी, उन्हां दे दुनियावी दुख दूर करने पैंदे। ते अंदरूनी पक्ष भी सिखां दे अंदर ज्ञान दा प्रकाश करना। ऐसे गुरु अमरदास जी महाराज हर गुरसिख नूं दोवें पक्ष तो जोड़दे हन। चौपाई उचित त्रिलोकी दुख के हरता, त्रिलोकी दे दुख नूं दूर करन वाले श्री गुरु अमरदास जी महाराज हन। गोविंदवाल पर कृपा सो करता, जिन्हां दी बख्शिश हमेशा ही गोविंदवाल साहिब ते रहिंदी है। जथा अयोध्या रघुबर प्यारी। इत्थे कवि जी प्रमाण दे रहे, मिसाल दे रहे हैं भी खालसा जीओ, जिवें रामचंद्र जी ने
ਅਯੋਧਿਆ ਤੇ ਬਖਸ਼ਿਸ਼ ਕੀਤੀ ਹੈ, ਪਰ ਇੱਥੇ ਮਹਾਰਾਜ ਗੁਰੂ ਅਮਰਦਾਸ ਜੀ ਸੰਪੂਰਨ ਸੰਸਾਰ ਤੇ ਬਖਸ਼ਿਸ਼ ਕਰ ਰਹੇ ਹਨ। ਵਿਸ਼ੇਸ਼ ਤੌਰ ਤੇ ਸਤਿਗੁਰੂ ਜੀ ਆਪਣੇ ਇਲਾਕੇ ਗੋਬਿੰਦਵਾਲ ਤੇ ਬਖਸ਼ਿਸ਼ ਕਰ ਰਹੇ ਹਨ। ਪਰਜਾ ਸਰਬ ਸੁਖ ਦੇ ਦੇ ਪਾਰੀ। ਜਿਵੇਂ ਅਯੋਧਿਆ ਵਿਖੇ ਸ੍ਰੀ ਰਾਮਚੰਦਰ ਜੀ ਨੇ ਆਪਣੀ ਪ੍ਰਜਾ ਨੂੰ ਸੁਖ ਦਿੱਤਾ ਹੈ, ਉਹਨਾਂ ਦੇ ਦੁੱਖ ਦੂਰ ਕੀਤੇ ਹਨ, ਹਰ ਮਨੁੱਖ ਨੂੰ ਸੁਖ ਸ਼ਾਂਤੀ ਬਖਸ਼ੀ ਹੈ। ਜਿਮ ਸ਼੍ਰੀ ਕ੍ਰਿਸ਼ਨ ਦੁਆਰ ਕਰ ਰਹੇ। ਜਿਵੇਂ ਸ਼੍ਰੀ ਕ੍ਰਿਸ਼ਨ ਜੀ ਨੇ ਦਵਾਰਕਾ ਵਿਖੇ ਆਪਣੇ ਆਪ ਦਾ ਫੈਲਾਵ ਕੀਤਾ, ਮਨੁੱਖਾਂ ਨੂੰ ਸੁਖ ਬਖਸ਼ਿਆ ਹੈ। ਨਿਜ ਟਿਗ ਬਾਸਨ ਕੇ ਦੁਖ ਦਹੇ। ਜਿਹੜੇ ਜਿਹੜੇ ਮਨੁੱਖ ਦਵਾਰਕਾ ਨਗਰੀ ਵਿਖੇ ਰਹਿੰਦੇ ਸਨ, ਉਹਨਾਂ ਸਭ ਨੂੰ ਸੁਖ ਬਖਸ਼ੇ ਹਨ। ਤਿਸ ਬਿਦ ਸਤਿਗੁਰ ਗੋਇੰਦਵਾਲ। ਇਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਹਰ ਰੱਬ ਦੇ ਪਿਆਰੇ ਨੂੰ ਸੁਖ ਦੀ ਬਖਸ਼ਿਸ਼ ਕਰ ਰਹੇ ਹਨ। ਨਾਨਾ ਸੰਕਟ ਕਟੇ ਕਰਾਲ। ਜਿਹੜੇ ਸੰਕਟ ਬੜੇ ਗੰਭੀਰ ਹਨ, ਬਹੁਤ ਵੱਡੇ ਹਨ, ਅਨੇਕਾਂ ਤਰ੍ਹਾਂ ਦੇ, ਨਾਨਾ ਭਾਵ ਅਨੇਕਾਂ ਤਰ੍ਹਾਂ ਸੰਕਟ ਜਿਹੜੇ ਕਿਸੇ ਪੱਖੋਂ ਆ ਜਾਣ, ਕੋਈ ਦੁਨਿਆਵੀ ਹੈ, ਕੋਈ ਮਾਨਸਿਕ ਹੈ, ਸਤਿਗੁਰੂ ਜੀ ਹਰ ਤਰ੍ਹਾਂ ਦੇ ਦੁੱਖ ਦੂਰ ਕਰਦੇ ਹਨ। ਅਪਰ ਕਸ਼ਟ ਕੀ ਗਿਣਤੀ ਕੋ ਹੈ। ਖਾਲਸਾ ਜੀਓ, ਹੋਰ ਕਸ਼ਟਾਂ ਦੀ ਗਿਣਤੀ ਕੀ ਗਿਣੀਏ। ਦਾਰੁਨ ਕਾਲ ਨ ਆਨ ਸਕੋ ਹੈ। ਜਿਹੜਾ ਵੱਡਾ ਦੁੱਖ ਹੈ ਉਹ ਹੈ ਮੌਤ ਦਾ, ਜਮਕਾਲ ਦਾ। ਮੌਤ ਹਰ ਇੱਕ ਬੰਦੇ ਨੂੰ ਡਰਾਉਂਦੀ ਹੈ। ਜਮਕਾਲ ਆਪਣਾ ਡਰਾਵਾ ਦਿੰਦਾ ਹੈ। ਇਹ ਭਿਆਨਕ ਮੌਤ ਹੈ, ਭਿਆਨਕ ਦੁੱਖ ਹੈ। ਤੇ ਮਹਾਰਾਜ ਜੀ ਆਪਣੇ ਸਿੱਖਾਂ ਨੂੰ, ਰੱਬ ਦੇ ਪਿਆਰਿਆਂ ਨੂੰ ਇਸ ਦੁੱਖ ਤੋਂ ਬਚਾਉਂਦੇ ਹਨ। ਅਵਦ ਬਿਤੇ ਨਰ ਜੋ ਮਰ ਜਾਏ। ਜਿਹੜਾ ਵੀ ਆਪਣੀ ਉਮਰ ਤੋਂ ਪਹਿਲਾਂ ਮਰ ਜਾਵੇ, ਸਤਿਗੁਰੂ ਜੀ ਉਹਨੂੰ ਬਚਾ ਲੈਂਦੇ। ਕਿਉਂ? ਵੀ ਵੱਡਾ ਦੁੱਖ ਦੂਰ ਕਰਨਾ ਹੈ, ਵੀ ਗੋਬਿੰਦਵਾਲ ਸਾਹਿਬ ਵਿਖੇ ਕਿਸੇ ਦੀ ਮੌਤ ਨਹੀਂ ਹੋਣੀ। ਇਸ ਤਰ੍ਹਾਂ ਮਹਾਰਾਜ ਹਰ ਸਿੱਖ ਨੂੰ, ਰੱਬ ਦੇ ਪਿਆਰੇ ਨੂੰ ਇਸ ਦੁੱਖ ਤੋਂ ਬਚਾਉਂਦੇ ਹਨ। ਕਿਰਪਾ ਕਰੇ ਤਿਸ ਦੇਹ ਜਿਵਾਏ। ਉਸ ਤੇ ਕਿਰਪਾ ਕਰਕੇ ਉਸ ਨੂੰ ਜਿਵਾ ਦਿੰਦੇ ਹਨ। ਆਖੋ ਸਤਨਾਮ ਸ੍ਰੀ। ਇਹ ਹੈ ਤਾਂ ਅਨਹੋਨੀ, ਪਰ ਗੁਰੂ ਸਾਹਿਬ ਜੀ ਦੀ ਇੱਕ ਮਹਿਮਾ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਮਹਿਮਾ ਹੈ। ਗੁਰੂ ਸਮਰੱਥ ਹੈ, ਉਹਦੇ ਅੰਦਰ ਹਰ ਕਲਾ ਹੈ। ਇਹ ਜਮਦੂਤ ਕੀ ਹੈ? ਇਹ ਸਭ ਗੁਰੂ ਦੇ ਭੈ ਅੰਦਰ ਹਨ। ਸਤਿਗੁਰੂ ਜੀ ਇਹਨਾਂ ਸਭ ਨੂੰ ਹੀ ਆਪਣੇ ਹੁਕਮ ਅੰਦਰ ਤੋਰਦੇ ਹਨ। ਭਾਵੇਂ ਦਰਿਆ ਹੈ, ਅੱਗ ਹੈ, ਹਵਾ ਹੈ, ਸਭ ਹੁਕਮ ਅੰਦਰ ਵਗ ਰਹੀ ਹੈ। ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਵੀ ਜਿਹੜਾ ਜਿਹੜਾ ਰੱਬ ਦਾ ਪਿਆਰਾ ਗੋਬਿੰਦਵਾਲ ਸਾਹਿਬ ਵਿਖੇ ਰਹਿੰਦਾ ਹੈ, ਉਹਨੂੰ ਇੱਕ ਡਰ ਨਹੀਂ, ਇੱਕ ਮੌਤ ਦਾ ਡਰ ਉਸ ਤੋਂ ਦੂਰ ਹੀ ਰਹਿੰਦਾ ਹੈ। ਪੂਰੀ ਵਿਖੇ ਨੇ ਮ੍ਰਿਤ ਕੋ ਪਾਵੇ। ਇਸ ਗੋਬਿੰਦਵਾਲ ਸਾਹਿਬ ਵਿਖੇ ਕੋਈ ਮਨੁੱਖ ਮ੍ਰਿਤੂ ਨੂੰ ਨਹੀਂ ਪਾਉਂਦਾ। ਗੁਰ ਪ੍ਰਤਾਪ ਤੇ ਜੀਅਤ ਰਹਾਵੇ। ਗੁਰੂ ਦੀ ਕਿਰਪਾ ਸਦਕਾ ਉਹ ਜਿੰਦਾ ਰਹਿੰਦਾ ਹੈ। ਕਿਉਂ? ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਵੀ ਜਿੱਥੇ ਰੱਬ ਦੇ ਪਿਆਰੇ ਸਾਧੂ ਰੱਬ ਨੂੰ ਯਾਦ ਕਰਦੇ ਹੋਣ, ਰੱਬ ਦਾ ਭਜਨ ਕਰਦੇ ਹੋਣ, ਕੀਰਤਨ ਨਾਨਕ ਨੀਤ, ਰੋਜ਼ ਹੀ ਰੱਬ ਦੀ ਵਡਿਆਈ ਹੁੰਦੀ ਹੋਵੇ। ਉੱਥੇ ਇੱਕ ਮੀਟਿੰਗ ਹੋ ਰਹੀ ਹੈ ਜਮਦੂਤਾਂ ਦੀ ਜਮਰਾਜ ਨਾਲ। ਜਮਰਾਜ ਆਖਦਾ ਹੈ ਪਰ ਜਮਦੂਤੋ ਉੱਥੇ ਨਾ ਜਾਣਾ, ਉੱਥੇ ਚਲੇ ਗਏ ਤਾਂ ਫਿਰ ਕੀ ਹੋਵੇਗਾ? ਨਾ ਅਸੀਂ ਛੁੱਟਾਂਗੇ, ਨਾ ਤੁਸੀਂ ਛੁੱਟੋਗੇ। ਨਾ ਛੂਟੈ ਜਮਦੂਤ, ਅਣਾ ਹੋ ਅਣਾ ਤੂੰ, ਅਣਾ ਛੂਟੈ। ਕੋਈ ਨਹੀਂ ਛੁੱਟ ਸਕਦੇ। ਉੱਥੇ ਸਾਰੇ ਅਸੀਂ ਬੰਨੇ ਜਾਵਾਂਗੇ। ਕਿਉਂ? ਉੱਥੇ ਸਾਡਾ ਕਾਲ ਨਹੀਂ ਚੱਲਦਾ, ਉੱਥੇ ਅਕਾਲ ਚੱਲਦਾ ਹੈ।
ਉੱਥੇ ਅਸੀਂ ਨਹੀਂ ਜਾਣਾ, ਉੱਥੇ ਰੱਬ ਦੇ ਪਿਆਰੇ ਸਿੱਧਾ ਅਕਾਲ ਅੰਦਰ ਜਾਂਦੇ ਹਨ। ਇਹ ਕਾਲ ਮੌਤ ਉੱਥੇ ਨਹੀਂ ਆਉਂਦੀ। ਗੋਬਿੰਦਵਾਲ ਸਾਹਿਬ ਵਿਖੇ ਸਭ ਗੁਰਮੁਖ ਪਿਆਰੇ ਵਾਹਿਗੁਰੂ ਦਾ ਭਜਨ ਕਰਦੇ ਹਨ ਤੇ ਉੱਥੇ ਮੌਤ ਆਣੋਂ ਰੁਕ ਗਈ ਹੈ। ਜਿਸ ਕੇ ਘਰ ਕੋ ਨਰ ਮਰ ਤੇ ਜਾਏ, ਜਿਸ ਘਰ ਦਾ ਵੀ ਕੋਈ ਮਨੁੱਖ ਚੜ੍ਹਾਈ ਕਰ ਜਾਵੇ ਤਾਂ ਸੋ ਉਠਾਏ ਗੁਰ ਆਗੇ ਲਿਆਏ। ਉਹ ਰੱਬ ਦਾ ਪਿਆਰਾ ਉਸ ਮ੍ਰਿਤਕ ਦੇਹ ਨੂੰ ਉਠਾ ਕੇ ਸਤਿਗੁਰ ਸਾਹਿਬ ਜੀ ਦੇ ਦੁਆਰੇ ਲੈ ਕੇ ਆਉਂਦਾ ਹੈ। ਤਬ ਕਿਰਪਾਲ ਨਿਜ ਚਰਨ ਛੁਹਾਵਤ, ਤਾਂ ਫਿਰ ਕਿਰਪਾ ਦੇ ਘਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਸ ਮ੍ਰਿਤਕ ਦੇਹ ਨੂੰ ਆਪਣੇ ਪੈਰ ਨਾਲ ਛੁਹਾਉਂਦੇ ਹਨ। ਤਾਤ ਕਾਲ ਤਿਸ ਮ੍ਰਿਤਕ ਜੀਵਾਵਤ। ਉਸੇ ਵੇਲੇ ਉਹਦੇ ਪ੍ਰਾਣ ਆ ਜਾਂਦੇ, ਉਹ ਮ੍ਰਿਤਕ ਦੇ ਅੰਦਰ ਹਰਕਤ ਆ ਜਾਂਦੀ ਹੈ, ਉਹਦੇ ਪ੍ਰਾਣ ਵਾਪਸ ਆ ਜਾਂਦੇ ਹਨ। ਜਿਸ ਕੋ ਨਰ ਉਠਾਏ ਲੈ ਆਵੇਂ, ਜਿਸ ਮਨੁੱਖ ਨੂੰ ਮ੍ਰਿਤਕ ਦੇਹ ਵਾਂਗ ਬੰਦੇ ਚੁੱਕ ਕੇ ਲੈ ਕੇ ਆਉਂਦੇ ਹਨ, ਸੋ ਨਿਜ ਪਗ ਤੇ ਸਦਨ ਸਿਧਾਵੇਂ। ਉਹ ਰੱਬ ਦਾ ਪਿਆਰਾ ਮ੍ਰਿਤਕ ਉਹਦੇ ਅੰਦਰ ਜਦੋਂ ਸਵਾਸ ਆਉਂਦੇ ਉਹ ਆਪ ਦੌੜਿਆ ਜਾਂਦਾ ਹੈ। ਜਿਹੜਾ ਮੌਤ ਨੂੰ ਕਾਬੂ ਆ ਜਾਵੇ ਤੇ ਮੌਤ ਸਤਿਗੁਰੂ ਸਾਹਿਬ ਜੀ ਦੇ ਵਸ ਹੈ ਤੇ ਮਹਾਰਾਜ ਫਿਰ ਉਸ ਗੁਰਸਿੱਖ ਦੇ ਅੰਦਰ, ਉਸ ਪ੍ਰਾਣੀ ਅੰਦਰ ਸਵਾਸ ਪਾਉਂਦੇ ਹਨ। ਉਹ ਦੌੜਿਆ ਦੌੜਿਆ ਆਪਣੇ ਘਰਾਂ ਨੂੰ ਜਾਂਦਾ ਹੈ। ਇਮ ਪਰਤਾਪ ਗੁਰ ਕੋ ਨਰ ਪਾਏ। ਇਸ ਤਰ੍ਹਾਂ ਗੋਬਿੰਦਵਾਲ ਸਾਹਿਬ ਵਿਖੇ ਸਤਿਗੁਰੂ ਸਾਹਿਬ ਜੀ ਦਾ ਬਹੁਤਾ ਪ੍ਰਤਾਪ ਹੋ ਰਿਹਾ ਹੈ ਤੇ ਗੁਰੂ ਕੇ ਪਿਆਰੇ ਸਮੂਹ ਪਿੰਡ ਵਾਸੀ ਇਸ ਪ੍ਰਤਾਪ ਨੂੰ ਵੇਖਦੇ ਹਨ। ਬਸੇ ਸੁਖੀ ਕੀਰਤ ਬਿਰਧਾਏ। ਜਿੱਥੇ ਸੁੱਖ ਹੋਵੇ ਉਥੇ ਰੱਬ ਦੇ ਪਿਆਰੇ ਕੀਰਤੀ ਕਰਦੇ। ਇੱਕ ਫਾਇਦਾ ਹੈ ਕੀਰਤੀ ਦਾ, ਨਾਲ ਨਾਲ ਕੀਰਤੀ ਨਾਲ ਨਾਲ ਸੁੱਖ। ਗੋਬਿੰਦਵਾਲ ਦੇ ਹਰ ਮਨੁੱਖ ਨੂੰ ਬੜਾ ਵੱਡਾ ਸੁੱਖ ਹੈ ਕਿ ਉਹਨਾਂ ਨੇੜੇ ਮੌਤ ਨਹੀਂ ਆਉਂਦੀ। ਇਸ ਕਰਕੇ ਸਾਰੇ ਗੁਰਮੁਖ ਸਤਿਗੁਰੂ ਸਾਹਿਬ ਜੀ ਦੀ ਕੀਰਤੀ ਕਰਦੇ ਹਨ। ਪ੍ਰਾਪਤ ਤਨ ਮਨ ਕੀ ਕਲਿਆਣ। ਇੱਕ ਤਾਂ ਸਰੀਰ ਸਵਸਥ, ਸਰੀਰ ਤੋਂ ਕੋਈ ਦੁੱਖ ਨਹੀਂ। ਦੂਜਾ ਮਨ ਦੀ ਕਲਿਆਣ, ਮਨ ਵਿਖੇ ਆਨੰਦ ਹੈ, ਮਨ ਵਿਖੇ ਖੁਸ਼ੀ ਹੈ, ਖੇੜਾ ਹੈ। ਇਹ ਗੁਰਮੁਖ ਪਿਆਰੇ ਦੋਵਾਂ ਪੱਖਾਂ ਤੋਂ ਤੰਦਰੁਸਤ ਰਹਿੰਦੇ ਹਨ। ਨਰ ਆਰੋਗ ਨਿਤ ਰਹੇ ਸੁਜਾਨ। ਜਿਹੜੇ ਜਿਹੜੇ ਸੁਜਾਨ ਹਨ, ਚੰਗੇ ਚਤੁਰ ਪੁਰਖ ਹਨ, ਉਹ ਹਮੇਸ਼ਾ ਹੀ ਅਰੋਗ ਰਹਿੰਦੇ ਹਨ। ਸਭ ਹਿਨ ਕੇ ਬਦੇ ਹੋ ਪਰਵਾਰ। ਗੋਬਿੰਦਵਾਲ ਸਾਹਿਬ ਵਿਖੇ ਪਰਿਵਾਰ ਦਾ ਵਾਧਾ ਹੋ ਰਿਹਾ ਹੈ ਵੀ ਹਰ ਘਰ ਵਿਖੇ ਕੋਈ ਜੀਵ ਚੜਾਈ ਨਹੀਂ ਕਰਦਾ ਤੇ ਪਰਿਵਾਰ ਵੱਧ ਰਿਹਾ ਹੈ। ਭਏ ਤਨੀ ਨਰ ਦਾਰਿਦ ਟਾਰ। ਇਹ ਸਭ ਮਨੁੱਖਾਂ ਦੇ ਘਰੋਂ ਗਰੀਬੀ ਦੂਰ ਹੋ ਗਈ ਹੈ, ਸਭ ਅਮੀਰ ਹੋ ਰਹੇ ਹਨ। ਖਾਨ ਪਾਨ ਤੇ ਅਖੁੱਟ ਭੰਡਾਰ। ਬੜੇ ਖੁੱਟ ਭੰਡਾਰੇ ਹਨ, ਖਾਣ ਪੀਣ ਦੀ ਕੋਈ ਕਮੀ ਨਹੀਂ। ਜਿੱਥੇ ਦੁੱਖ ਹੀ ਨਹੀਂ ਉੱਥੇ ਬੰਦੇ ਆਪ ਮਿਹਨਤ ਕਰਦੇ ਤੇ ਨਾਲ ਨਾਲ ਗਰੀਬੀ ਵੀ ਦੂਰ ਹੋ ਰਹੀ ਹੈ। ਨੈ ਚਿੰਤਾ ਕਿਸ ਹਿਰਦੇ ਮਝਾਰ। ਗੋਬਿੰਦਵਾਲ ਸਾਹਿਬ ਵਿਖੇ ਕਿਸੇ ਮਨੁੱਖ ਦੇ ਚਿਹਰੇ ਤੇ ਚਿੰਤਾ ਨਹੀਂ। ਹਰ ਮਨੁੱਖ ਦਾ ਚਿਹਰਾ ਖਿੜਿਆ ਹੋਇਆ ਹੈ। ਕਿਉਂ? ਇੱਕ ਤਾਂ ਨਾਮ ਦੀ ਚੜ੍ਹਦੀ ਕਲਾ, ਦੂਜੇ ਦੁਨਿਆਵੀ ਸੁੱਖ ਤੇ ਗੁਰਮੁਖ ਪਿਆਰੇ ਹਰ ਵੇਲੇ ਖਿੜੇ ਮਸਤਕ ਰਹਿੰਦੇ ਹਨ। ਤਨ ਤਨ ਸਤ ਗੁਰ ਕੋ ਕਹੈ। ਸਾਰੇ ਰੱਬ ਦੇ ਪਿਆਰੇ ਇਹ ਆਖਦੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰੂ ਸਾਹਿਬ ਜੀ ਦੀ ਜੈ ਜੈਕਾਰ ਕਰਦੇ ਹਨ। ਦੁਆਰੇ ਪਰ ਨਿਤ ਬੰਦਤ ਰਹੈ। ਰੋਜ਼ ਹੀ ਗੁਰੂ ਦਰਬਾਰੇ ਵਿਖੇ ਆ ਕੇ ਰੱਬ ਦੇ ਪਿਆਰੇ ਨਮਸਕਾਰ ਕਰਦੇ ਹਨ। ਜੈ ਕੈ ਬੈਠੇ ਗੁਰੂ ਸਰਾਹੇ। ਜਿੱਥੇ ਕਿੱਥੇ ਬਹਿ ਜਾਣ ਉੱਥੇ ਗੁਰੂ ਦੀ ਸਲਾਹਨਾ ਕਰਦੇ।
ਕਿਉਂ? ਸਤਿਗੁਰ ਸਾਹਿਬ ਜੀ ਫਰਮਾਨ ਕਰਦੇ, ਜਿੱਥੈ ਬੈਸਨ ਸਾਧ ਜਾਣਾ ਸੋ ਥਾਨ ਸੁਹੰਦਾ। ਓਏ ਸਿਮਰ ਸਮਰਥ ਆਪਣਾ ਬਿਨਸੈ ਸਭ ਮੰਦਾ। ਜਿੱਥੇ ਰੱਬ ਦੇ ਪਿਆਰੇ ਬਹਿ ਜਾਣ ਉਥੇ ਸਾਧੂ ਜਨ ਰੱਬ ਦੀ ਵਡਿਆਈ ਕਰਦੇ। ਉਹ ਥਾਨ ਪਵਿੱਤਰ ਹੈ। ਉਹ ਹਰ ਵੇਲੇ ਆਪਣੇ ਗੁਰੂ ਨੂੰ ਸੇਵਦੇ ਹਨ, ਯਾਦ ਕਰਦੇ ਹਨ। ਅੱਜ ਗੋਬਿੰਦਵਾਲ ਸਾਹਿਬ ਵਿਖੇ ਘਰ ਘਰ ਵਿਖੇ ਸਤਿਗੁਰ ਸਾਹਿਬ ਜੀ ਦੀ ਕੀਰਤੀ ਹੋ ਰਹੀ ਹੈ। ਸਮਤਾ ਰਾਮ ਚੰਦ ਕੀ ਪ੍ਰਾਹੈ। ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ। ਜਿਹਦੀ ਬੁੱਧੀ ਜਿਵੇਂ ਦੀ ਹੈ ਉਵੇਂ ਦੀ ਉਸਤਤ ਬਿਆਨ ਕਰਦੇ। ਕਈ ਰੱਬ ਦੇ ਪਿਆਰੇ ਗੁਰੂ ਅਮਰਦਾਸ ਜੀ ਦੀ ਬਰਾਬਰੀ ਰਾਮਚੰਦਰ ਜੀ ਨਾਲ ਕਰਦੇ ਹਨ ਤੇ ਕਈ ਸਤਿਗੁਰ ਸਾਹਿਬ ਜੀ ਨੂੰ ਪ੍ਰਤੱਖ ਪਰਮੇਸ਼ਰ ਆਖਦੇ ਹਨ। ਬੱਲੂ ਸੋ ਆਗਿਆ ਕੈ ਰਖੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਬੱਲੂ ਨੂੰ ਇਹ ਆਗਿਆ ਕੀਤੀ ਹੋਈ ਸੀ। ਪੁਰਖ ਕੇ ਇਸਤਰੀ ਜੋ ਹੋਏ ਦੁਖੀ। ਕਿ ਭਾਈ ਬੱਲੂ ਜੀ ਇਸ ਨਗਰੀ ਵਿਖੇ ਕੋਈ ਪੁਰਖ ਜਾਂ ਕੋਈ ਇਸਤਰੀ ਦੁਖੀ ਹੋਵੇ ਤਾਂ ਤੈ ਕੀ ਸੁਧਤਾ ਬਿਆਨ ਸੁਣਾਵੋ। ਉਹ ਦੁਖੀ ਨਾ ਰਵੇ। ਕੋਈ ਮਨੁੱਖ ਹੋਵੇ, ਕੋਈ ਔਰਤ ਹੋਵੇ, ਕੋਈ ਬੱਚਾ ਹੋਵੇ, ਦੁਖੀ ਨਾ ਹੋਵੇ। ਜਿਹੜਾ ਦੁਖੀ ਹੋਵੇ ਸਾਨੂੰ ਖਬਰ ਦੱਸੋ ਵੀ ਭਾਈ ਇਹ ਬੰਦਾ ਦੁਖੀ ਹੈ, ਇਹਦਾ ਦੁੱਖ ਦੂਰ ਕਰਨਾ ਹੈ। ਕਹਿ ਹਮ ਸੋਤੇ ਕੇ ਕਸ਼ਟ ਮਿਟਾਵੋ। ਸਾਡਾ ਫਰਜ਼ ਹੈ ਸਾਨੂੰ ਆਖਣਾ, ਅੱਗੇ ਸਾਡਾ ਫਰਜ਼ ਹੈ ਉਹਦਾ ਦੁੱਖ ਦੂਰ ਕਰਨਾ। ਵਿਧਵਾ ਬਸਤਪੁਰੀ ਛਤਰਾਨੀ। ਗੋਬਿੰਦਵਾਲ ਸਾਹਿਬ ਵਿਖੇ ਇੱਕ ਵਿਧਵਾ ਖਤਰਾਣੀ ਔਰਤ ਰਹਿੰਦੀ ਸੀ। ਹੁਤੋ ਏਕ ਨੰਦਨ ਸੁਖਦਾਨੀ। ਤੇ ਉਹਦਾ ਘਰ ਵਾਲਾ ਪਹਿਲੇ ਚੜ੍ਹਾਈ ਕੀਤਾ ਹੋਇਆ ਤੇ ਇੱਕ ਉਹਦਾ ਬੱਚਾ ਸੀ, ਪਰ ਕਿਸੇ ਪ੍ਰਲਬਧ ਕਰਕੇ ਉਹ ਬੱਚਾ ਵੀ ਕਾਲਵਸ ਹੋ ਗਿਆ ਤੇ ਉਹ ਵਿਧਵਾ ਇਸਤਰੀ ਉਸ ਬੱਚੇ ਨਾਲ ਹੀ ਰਹਿ ਰਹੀ ਹੈ। ਮਹਾ ਕਸ਼ਟ ਤੇ ਸੁਤ ਕੋ ਪਾਲਾ। ਬਚਪਨ ਤੋਂ ਬੜੇ ਕਸ਼ਟ ਸਹਿਤ ਉਸਨੇ ਪੁੱਤਰ ਨੂੰ ਪਾਲਿਆ ਹੈ। ਬਿਨ ਪਰਤਾ ਤੇ ਪ੍ਰਿਆ ਸੋ ਵਿਸਾਲਾ। ਤੇ ਘਰ ਵਾਲਾ ਨੇੜੇ ਨਹੀਂ, ਘਰ ਵਾਲਾ ਚੜ੍ਹਾਈ ਕਰ ਗਿਆ, ਕੇਵਲ ਪਿਆਰ ਆਪਣੇ ਪੁੱਤਰ ਨਾਲ ਹੀ ਕਰਦੀ ਹੈ। ਇੱਕ ਦੋਏ ਦਿਨ ਤਿਸ ਕੋ ਤਪ ਆਵਾ। ਇੱਕ ਦੋ ਦਿਨ ਉਸ ਪੁੱਤਰ ਨੂੰ ਤਾਪ ਚੜ ਗਿਆ, ਬੁਖਾਰ ਚੜ ਗਿਆ। ਬਹੁਤਾ ਤਾਪ ਕਰਕੇ ਉਹ ਪੁੱਤਰ ਤਾਤ ਕਾਲ ਤਿਸ ਤਨ ਬਿਨ ਸਾਵਾ। ਉਸੇ ਵੇਲੇ ਚੜ੍ਹਾਈ ਕਰ ਗਿਆ। ਤਾਤ ਕਾਲ ਤਿਸ ਤਨ ਬਿਨ ਸਾਵਾ। ਤਾਤ ਕਾਲ ਉਸੇ ਵੇਲੇ 2 ਦਿਨ ਬਾਅਦ ਤਕਰੀਬਨ ਬਿਮਾਰ ਰਹਿ ਕੇ ਉਹ ਬੇਟਾ ਚੜ੍ਹਾਈ ਕਰ ਗਿਆ ਹੈ। ਆਦੀ ਨਿਸਾਹੁਤੀ ਤਿਸ ਕਾਲਾ। ਅੱਧੀ ਰਾਤ ਨੂੰ ਚੜ੍ਹਾਈ ਕੀਤਾ ਤੇ ਅੱਧੀ ਰਾਤ ਦਾ ਸਮਾਂ ਜਾਣ ਕੇ ਰੁਦਤ ਬ੍ਰਿਦਾ ਪਿਕ ਸੁਤ ਗ੍ਰਸ ਕਾਲਾ। ਉਹ ਮਾਂ ਜਾਣਦੀ ਹੈ ਕਿ ਪੁੱਤਰ ਬਗੈਰ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਹੈ। ਜਿਹਦੇ ਪੁੱਤਰ ਨਹੀਂ ਉਹ ਵੀ ਦੁਖੀ, ਪੁੱਤਰ ਹੋ ਕੇ ਚੜ੍ਹਾਈ ਕਰ ਜਾਵੇ ਉਹ ਵੱਡਾ ਦੁਖੀ। ਤੇ ਅੱਧੀ ਰਾਤ ਨੂੰ ਮਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰਤੀਆਂ, ਬਿਲਾਪ ਕਰਦੀ ਹੈ, ਆਪਣੇ ਸਿਰ ਦੇ ਵਾਲ ਉਖਾੜਦੀ ਹੈ ਕਿ ਮੇਰਾ ਇੱਕੋ ਇੱਕ ਪੁੱਤਰ ਮੇਰਾ ਆਸਰਾ ਚੜ੍ਹਾਈ ਕਰ ਗਿਆ ਹੈ। ਸ਼ੋਕ ਕਰਤ ਬਿਰਲਾਪ ਪੁਕਾਰਾ। ਬਹੁਤ ਸ਼ੋਕ ਕਰਦੀ ਹੈ, ਉੱਚੀ ਤਰ੍ਹਾਂ ਨਾਲ ਕੂਕਦੀ ਹੈ। ਜਿਵੇਂ ਆਮ ਔਰਤਾਂ ਕੂਕਦੀਆਂ ਹਨ ਉਸੇ ਤਰ੍ਹਾਂ ਜ਼ੋਰ ਜ਼ੋਰ ਨਾਲ ਕੂਕਦੀ ਹੈ। ਹੇ ਸੁਤ ਮੈਂ ਅਬ ਲੋ ਤੁਝ ਪਾਰਾ। ਤੇ ਬਿਲਾਪ ਕਰਦੀ ਬਚਨ ਵੀ ਆਖਦੀ ਹੈ, ਹੇ ਪੁੱਤਰ ਤੂੰ ਮੇਰਾ ਇੱਕੋ ਸਹਾਰਾ ਸੀ, ਤੈਨੂੰ ਮੈਂ ਹੀ ਪਾਲਿਆ ਹੈ। ਸੁਖ ਤੇਰੋ ਨੇ ਦੇਖਨ ਕੀਨਾ। ਮਾਂ ਪਿਓ ਦਾ ਫਰਜ਼ ਹੈ ਪੁੱਤਰ ਤੋਂ ਸੁਖ ਪ੍ਰਾਪਤ ਕਰਨਾ। ਪੁੱਤਰ ਤੂੰ ਛੋਟਾ ਸੀ,
ਮੈਨੂੰ ਸੁਖ ਦੇਣਾ ਸੀ, ਪਰ ਤੂੰ ਪਹਿਲੇ ਹੀ ਚੜ੍ਹਾਈ ਕਰ ਗਿਆ। ਗਇਓ ਕਹਾਂ ਤੂੰ ਮੋਏ ਬਹੀਨਾ, ਤੂੰ ਕਿੱਥੇ ਚਲਾ ਗਿਆ ਮੈਨੂੰ ਛੱਡ ਕੇ। ਆਪਣੇ ਸੰਗ ਲੈ ਹੋਏ ਨੰਦਨ, ਏ ਪੁੱਤਰ ਆਪਣੇ ਨਾਲ ਮੈਨੂੰ ਵੀ ਲੈ ਜਾ, ਮੈਨੂੰ ਵੀ ਮਾਰ ਦੇ ਤੇ ਆਪਣੇ ਨਾਲ ਹੀ ਲੈ ਜਾ। ਮੈਂ ਕਰਹੁ ਨਿਜ ਪ੍ਰਾਨ ਨਿਕੰਦਨ, ਤੇ ਮੇਰੇ ਪ੍ਰਾਣ ਵੀ ਚਲੇ ਜਾਣ, ਮੈਂ ਵੀ ਮਰ ਜਾਵਾਂ। ਕਹਾਂ ਕਰੋ ਜੀਅ ਕੇ ਪਛਾਤੀ, ਏ ਪੁੱਤਰ ਤੇਰੇ ਬਗੈਰ ਮੈਂ ਜੀ ਕੇ ਕੀ ਕਰਾਂਗੀ। ਆਖੋ ਸਤਨਾਮ ਸੇ। ਹੈ ਤਾਂ ਇਹ ਮੋਹ ਹੀ, ਅਗਿਆਨ ਹੀ ਹੈ। ਜਿਹਨੂੰ ਸੋਝੀ ਹੈ ਉਹਨੂੰ ਪਤਾ ਹੈ ਵੀ ਤੁਰਨਾ ਸਭ ਨਹੀਂ ਹੈ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਧੀਰ। ਪਰ ਇੱਕ ਮਾਂ, ਉਹਦਾ ਹਿਰਦਾ ਉਹੀ ਜਾਣਦੀ ਹੈ, ਅਸੀਂ ਨਹੀਂ ਜਾਣ ਸਕਦੇ। ਪਰ ਹੈ ਤਾਂ ਮੋਹ, ਮੋਹ ਰੂਪੀ ਹਿਰਦਾ ਬਾਰ-ਬਾਰ ਵਿਰਲਾਪ ਕਰ ਰਿਹਾ ਹੈ। ਮਾਂ ਆਖਦੀ ਹੈ ਪੁੱਤਰ ਤੇਰੇ ਬਗੈਰ ਮੇਰਾ ਜੀਣਾ ਬਿਰਥ ਹੈ, ਤੇਰੇ ਨਾਲ ਮੈਂ ਵੀ ਮਰ ਜਾਉਣੀ ਹਾਂ। ਇੱਕ ਅਲੰਬ ਤੂੰ ਮਮ ਸੁਖ ਥਾਤੀ, ਤੂੰ ਮੇਰਾ ਇੱਕੋ ਆਸਰਾ ਸੀ, ਇੱਕੋ ਸੁਖ ਦੇਣ ਵਾਲਾ। ਥਿਤ ਆਖਦੇ ਸੁਖ ਦੇਣ ਵਾਲਾ। ਅਲੰਬ ਜੋ ਆਸਰਾ ਹਰ ਮਾਂ ਨੂੰ ਹੁੰਦਾ ਹੈ ਕਿ ਪੁੱਤੀ ਗੰਢ ਪਵੈ ਸੰਸਾਰ। ਪੁੱਤਰਾਂ ਦੁਆਰਾ ਸੰਸਾਰ ਵਿਖੇ ਗੰਢ ਪੈਂਦੀ ਹੈ। ਤੇ ਪੁੱਤਰ ਪੂ ਤਰ ਜਿਹੜੇ ਨਰਕਾਂ ਤੋਂ ਤਾਰਦੇ ਹਨ, ਜਿਹੜੇ ਨਾਮ ਜਪ ਕੇ ਆਪਣੇ ਮਾਂ ਪਿਓ ਦਾ ਭਲਾ ਕਰਦੇ ਪੁੱਤਰ। ਹੇ ਪੁੱਤਰ ਤੂੰ ਮੇਰਾ ਇੱਕੋ ਇੱਕ ਆਸਰਾ ਸੀ। ਇਤਿਆਦਿਕ ਬੋ ਊਚ ਪੁਕਾਰਤ, ਇਤਿਆਦਿਕ ਮਾਂ ਉੱਚੀ ਉੱਚੀ ਕੂਕਦੀ ਹੈ। ਮਹਾ ਸ਼ੋਕ ਮੈਂ ਕੇਸ ਉਖਾਰਤ, ਬੜੇ ਦੁੱਖ ਨਾਲ ਆਪਣੇ ਸਿਰ ਦੇ ਵਾਲ ਉਖਾੜਦੀ ਹੈ। ਸਿਰ ਪੀਟਤ ਊਚੀ ਧੁਨ ਰੋਈ, ਸਿਰ ਪਿੜਦੀ ਹੋਈ ਉੱਚੀ ਧੁਨ ਨਾਲ ਰੋਂਦੀ ਹੈ। ਅਤ ਸੰਕਟ ਤੇ ਤੀਰ ਨਾ ਹੋਈ, ਬਹੁਤਾ ਸੰਕਟ ਹੈ, ਹੌਸਲਾ ਨਹੀਂ ਧਾਰਨ ਹੁੰਦਾ, ਧੀਰਜ ਮਨ ਵਿਖੇ ਆਉਂਦਾ ਨਹੀਂ। ਜਾਮ ਜਾਮਨੀ ਜਬਰੈ ਸ਼ੇਖ, ਜਦੋਂ ਅੰਮ੍ਰਿਤ ਵੇਲਾ ਹੋਇਆ, ਸਵਾ ਪੈਰ ਰਾਤ ਰਹਿ ਗਈ। ਉਠੇ ਜਾਗ ਤਬ ਪ੍ਰਭੂ ਵਿਸ਼ੇਖ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੰਮ੍ਰਿਤ ਵੇਲੇ ਆਪਣੇ ਸਰੀਰ ਦੀ ਹਰਕਤ ਸ਼ੁੱਧ ਕਰਨ ਲੱਗੇ ਹਨ। ਵਿਦਵਾ ਨੇ ਨਿਜ ਸੁਤ ਉਚਵਾਏ, ਤੇ ਉਹ ਵਿਧਵਾ ਔਰਤ ਨੇ ਜਾਣ ਲਿਆ ਸਤਿਗੁਰੂ ਜੀ ਉੱਠ ਗਏ ਹੁਣ ਇਸ ਟਾਈਮ। ਤੇ ਵਿਧਵਾ ਔਰਤ ਨੇ ਆਪਣੇ ਪੁੱਤਰ ਨੂੰ ਚੁਕਵਾ ਕੇ ਗੁਰੂ ਦਵਾਰ ਪਰ ਪਾਇਓ ਆਏ। ਅੱਧੀ ਰਾਤ ਅੰਮ੍ਰਿਤ ਵੇਲੇ ਨੂੰ ਪੁੱਤਰ ਚੁਕਵਾ ਕੇ ਗੁਰੂ ਦਰਬਾਰੇ ਦੇ ਬਾਹਰ ਰੱਖ ਦਿੱਤਾ ਹੈ। ਰੋਦਤ ਉੱਚੀ ਧੁਨ ਕੋ ਕਰਕੇ, ਉੱਥੇ ਆ ਕੇ ਵੀ ਮਾਂ ਰੋ ਰਹੀ ਹੈ, ਉੱਚੀ ਉੱਚੀ ਬਿਲਾਪ ਕਰਦੀ ਹੈ, ਪੁੱਤਰ ਤੂੰ ਮੇਰਾ ਇੱਕੋ ਇੱਕ ਆਸਰਾ ਸੀ, ਛੱਡ ਕੇ ਚਲਾ ਗਿਆ ਹੈ। ਤੈ ਛਿਨ ਕਾਨ ਪਰੀ ਸਤ ਗੁਰ ਕੈ, ਉਸੇ ਵੇਲੇ ਉਹ ਆਵਾਜ਼ ਸਤਿਗੁਰੂ ਸਾਹਿਬ ਜੀ ਦੇ ਕੰਨੀ ਪਈ ਹੈ। ਦੁਖੀ ਬਿਲਾਪਤ ਸੁਨਤ ਕਿਰਪਾਲ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਾਣਗੇ ਵੀ ਕੋਈ ਮਨੁੱਖ ਦੁਖੀ ਹੈ, ਬਿਲਾਪ ਕਰ ਰਿਹਾ ਹੈ। ਸਤਿਗੁਰੂ ਸਾਹਿਬ ਜੀ ਨੇ ਇਹ ਜਾਣਿਆ ਹੈ। ਸਹਿ ਨ ਸਕੇ ਰਿਦ ਤਿਸ ਕਾਲ, ਤੇ ਜਿਹੜਾ ਬੰਦਾ ਦਿਆਲੂ ਹੋਵੇ, ਧਾਰਮਿਕ ਹੋਵੇ, ਉਹ ਕਿਸੇ ਦਾ ਦੁੱਖ ਨਹੀਂ ਸਹਿਣ ਸਕਦਾ। ਦੁੱਖ ਆ ਕਿਉਂ ਗਿਆ? ਇਸ ਤਰ੍ਹਾਂ ਕਿਰਪਾਲੂ ਦਿਆਲੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਹਦਾ ਦੁੱਖ ਸਹਿਣ ਨਹੀਂ ਕਰ ਸਕੇ। ਨਿਕਟ ਦੇਖ ਬੱਲੂ ਸੰਗ ਕਹਿਓ, ਸਤਿਗੁਰੂ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਭਾਈ ਬੱਲੂ ਜੀ ਨੂੰ ਆਖਿਆ ਹੈ, ਕੌਣ ਬਿਰਲਾਪਤ ਦੁੱਖ ਜਿਨ ਲਹਿਓ। ਭਾਈ ਬੱਲੂ ਜਾ ਕੇ ਵੇਖੋ ਵੀ ਕਿਹੜਾ ਬੰਦਾ ਰੋ ਰਿਹਾ ਹੈ, ਕਿਹੜਾ ਬਿਰਲਾਪ ਕਰ ਰਿਹਾ ਹੈ। ਜਾਓ ਨਿਕਟ ਤਿਸ ਰੁਦਨ ਹਟਾਓ, ਉਹਦੇ ਕੋਲ ਜਾਵੋ, ਉਹਨੂੰ ਰੋਣ ਤੋਂ ਰੋਕ ਦਵੋ ਕਿ ਰੋਵੋ ਨਾ, ਇਹ ਸਮਾਂ ਰੋਣ ਦਾ ਨਹੀਂ, ਇਹ ਅੰਮ੍ਰਿਤ ਵੇਲਾ ਨਾਮ ਜਪਣ ਦਾ ਹੈ। ਧੀਰਜ ਦੇ ਕਰ ਇਮ ਸਮਝਾਓ, ਉਹਨੂੰ ਹੌਸਲਾ ਦੇ ਕੇ ਇਸ ਤਰ੍ਹਾਂ ਸਮਝਾਵੋ। ਅੰਮ੍ਰਿਤ ਵੇਲਾ ਸਭ ਫਲ ਵਾਰੋ,
ਭਾਈ ਅੰਮ੍ਰਿਤ ਵੇਲਾ ਹੈ, ਅੰਮ੍ਰਿਤ ਵੇਲੇ ਜੋ ਫਲ ਲੈਣਾ ਹੈ ਉਹ ਲੈ ਲਓ। ਇਹੀ ਤਾਂ ਵੇਲਾ ਹੈ ਕਿ ਪ੍ਰਭੂ ਦਰਬਾਰੇ ਆਪਣੀ ਭੇਟਾ ਅਰਪਣ ਕਰਨੀ। ਮੋਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ। ਕਿਹੜੇ ਬਚਨ ਬੋਲੀਏ ਜਿਸ ਨੂੰ ਸੁਣ ਕੇ ਪ੍ਰਮਾਤਮਾ ਸਾਡੇ ਨਾਲ ਪਿਆਰ ਕਰੇ। ਕਿਹੜੀ ਭੇਟਾ ਅੱਗੇ ਰੱਖੀਏ? ਉਹ ਪ੍ਰਭੂ ਦਰਬਾਰ ਦਰਸ਼ਨ ਕਰਨ ਲਈ ਇੱਕੋ ਭੇਟਾ ਹੈ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਵੀ ਅੰਮ੍ਰਿਤ ਵੇਲੇ ਭਿੰਨੀ ਰੈਣੜੀਏ ਚਮਕਨ ਤਾਰੇ ਜਾਗੈ ਸਾਜਨਾ ਮੇਰੇ RAM ਪਿਆਰੇ। ਉਹ ਅੰਮ੍ਰਿਤ ਵੇਲੇ ਹਰ ਪਾਸੇ ਸ਼ਾਂਤੀ, ਤੇ ਇੱਥੇ ਬਿਲਾਪ ਕਰਨ ਦਾ ਕੋਈ ਫਾਇਦਾ ਨਹੀਂ। ਇਸ ਵੇਲੇ ਤਾਂ ਰੱਬ ਦੀ ਬੰਦਗੀ ਕਰਨੀ ਹੀ ਹੈ। ਪ੍ਰਭ ਸਿਮਰਨ ਕੋ ਨਾਮ ਸੰਭਾਰੋ। ਭਾਈ ਇਸ ਵੇਲੇ ਪ੍ਰਭੂ ਦਾ ਸਿਮਰਨ ਕਰੋ, ਆਪਣੇ ਆਪ ਨੂੰ ਸਿਮਰਨ ਵਿਖੇ ਜੋੜੋ, ਆਪਣੇ ਆਤਮ ਚੇਤਨ ਦੀ ਪਹਿਚਾਨ ਕਰੋ। ਛਿਮਾ ਕਰੋ ਹੋਵਨ ਲਗ ਪ੍ਰਾਤੀ। ਉਹਨੂੰ ਆਖੋ ਫਿਕਰ ਨਾ ਕਰੇ ਵੀ ਉਹਦਾ ਪੁੱਤਰ ਜੀ ਪਵੇਗਾ, ਉਹਦਾ ਸਭ ਦੁੱਖ ਖਤਮ ਹੋ ਜਾਵੇਗਾ। ਉਹਦੇ ਸੂਰ ਤੇ ਦੁੱਖ ਹੋਏ ਹਾਤੀ। ਜਦੋਂ ਸੂਰਜ ਚੜ ਪਵੇਗਾ ਉਦੋਂ ਉਹਦਾ ਦੁੱਖ ਵੀ ਖਤਮ ਹੋ ਜਾਵੇਗਾ। ਬੱਲੂ ਸੁਨ ਕਰ ਬਾਹਰ ਆਇਓ। ਭਾਈ ਬੱਲੂ ਸਾਹਿਬ ਜੀ ਜੋ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਿੱਖ ਹਨ, ਸਤਿਗੁਰੂ ਸਾਹਿਬ ਜੀ ਤੋਂ ਬਚਨ ਸੁਣ ਕੇ ਬਾਹਰ ਆਏ ਹਨ। ਦੇਖ ਬ੍ਰਿਦਾ ਕੋ ਤਬ ਸਮਝਾਇਓ। ਭਾਈ ਬੱਲੂ ਨੇ ਵੇਖਿਆ ਇੱਕ ਬੁੱਢੀ ਮਾਂ ਜਿਹਦਾ ਇੱਕੋ ਇੱਕ ਆਸਰਾ ਹੈ, ਉਹ ਮਾਂ ਰੋ ਰਹੀ ਹੈ। ਸਤਿਗੁਰ ਆਗੇ ਅਦੀਨਸ ਤੋਹੇ। ਭਾਈ ਸਾਹਿਬ ਆਖਣ ਲੱਗੇ ਵੀ ਭੈਣਾ ਰੋ ਨਾ, ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਇਸ ਵੇਲੇ ਰੋਣਾ ਨਹੀਂ। ਇਸ ਵੇਲੇ ਤਾਂ ਰੱਬ ਦਾ ਸਿਮਰਨ ਕਰਨਾ ਹੈ, ਨਾਮ ਜਪਣਾ ਹੈ। ਅੰਮ੍ਰਿਤ ਸਮੇਂ ਤੂਸ਼ਨੀ ਹੋ। ਜਦੋਂ ਅੰਮ੍ਰਿਤ ਵੰਡਿਆ ਜਾਵੇ ਉਦੋਂ ਦੁੱਖ ਤਾਂ ਹੋਣਾ ਨਹੀਂ ਚਾਹੀਦਾ। ਅੰਮ੍ਰਿਤ ਸਮੇਂ ਤੂਸ਼ਨੀ ਹੋਏ, ਤੂਸ਼ਨ ਹੋ ਜਾਓ, ਚੁੱਪ ਹੋ ਜਾਓ। ਉਦੋਂ ਤਾਂ ਧੁਨੀ ਨੂੰ ਸੁਣੋ ਜਿਹੜੀ ਧੁਨੀ ਆਪਣੇ ਅੰਦਰੋਂ ਛਿੜਨੀ ਹੈ। ਹੋਤ ਪ੍ਰਾਤ ਤਬ ਨੰਦਨ ਤੇਰਾ। ਭੈਣਾ ਫਿਕਰ ਨਾ ਕਰ, ਜਦੋਂ ਸਵੇਰ ਹੋਵੇਗੀ ਤੇਰਾ ਪੁੱਤਰ ਜੀ ਪਵੇਗਾ। ਦੇਹ ਜੀਵਾਏ ਨ ਕਰਈ ਦੇਰਾ। ਸਤਿਗੁਰੂ ਜੀ ਦੇਰ ਨਹੀਂ ਲਗਾਣਗੇ, ਉਹਨਾਂ ਨੇੜੇ ਤਾਂ ਕੋਈ ਦੁੱਖ ਆਉਂਦਾ ਹੀ ਨਹੀਂ। ਉਹਨਾਂ ਦਾ ਬਚਨ ਹੀ ਐਸਾ ਹੈ ਵੀ ਅੰਮ੍ਰਿਤ ਵੇਲੇ ਰੋਵੋ ਨਾ, ਜਦੋਂ ਦਿਨ ਚੜੇਗਾ ਤੁਹਾਡਾ ਪੁੱਤਰ ਜੀ ਪਵੇਗਾ। ਸ਼ਬਦ ਰੁਦਨ ਕੋ ਨਹੀਂ ਉਠਾਵੋ। ਤੁਸੀਂ ਰੋਵੋ ਨਾ, ਇਹ ਸ਼ਬਦ ਬਾਰ-ਬਾਰ ਨਾ ਉਚਾਰੋ। ਬੈਠੀ ਰਹੋ RAM ਗੁਣ ਗਾਵੋ। ਇੱਥੇ ਬੈਠੀ ਰਹੋ, ਰੱਬ ਦੇ ਗੁਣ ਗਾਵੋ। ਜੋ ਰਮਿਆ ਹੋਇਆ ਪਰਮੇਸ਼ਰ ਹੈ ਉਸ ਨੂੰ ਯਾਦ ਕਰੋ। ਸੁਨ ਬੱਲੂ ਕੇ ਬਚ ਸੁਖ ਵਾਰੇ। ਇਹ ਭਾਈ ਬੱਲੂ ਦੇ ਬਚਨ ਜਦੋਂ ਇਹ ਸੁਖ ਵਾਲੇ ਸੁਣੇ ਹਨ। ਜੀਏ ਪੁੱਤਰ ਨਿਸ਼ਚੇ ਚਿਤ ਧਾਰੇ। ਵਿਧਵਾ ਨੂੰ ਨਿਸ਼ਚਾ ਹੋ ਗਿਆ ਕਿ ਮੇਰਾ ਪੁੱਤਰ ਜ਼ਰੂਰ ਜੀ ਪਵੇਗਾ। ਇਹ ਨਿਸ਼ਚਾ ਉਹਦੇ ਮਨ ਵਿਖੇ ਆ ਗਿਆ ਹੈ। ਤਉ ਸ਼ੋਕ ਤੇ ਪੀੜਤ ਭਾਰੀ। ਪਰ ਮਾਂ ਹੈ, ਉਹਦਾ ਹਿਰਦਾ ਤੇ ਬਾਰ-ਬਾਰ ਵਿਆਕੁਲ ਹੋ ਹੀ ਰਿਹਾ ਹੈ। ਫਿਰ ਵੀ ਨਿਸ਼ਚਾ ਆ ਗਿਆ, ਪਰ ਫਿਰ ਵੀ ਰੋਣ ਲੱਗੀ ਕਿ ਪੁੱਤਰ ਤੂੰ ਛੱਡ ਕੇ ਚਲਾ ਗਿਆ। ਇਸ ਤਰ੍ਹਾਂ ਬਾਰ-ਬਾਰ ਬਿਲਾਪ ਕਰਦੀ ਹੈ। ਉੱਚੀ ਕੂਕ ਸੋਤਰੀਆ ਪੁਕਾਰੀ। ਤੇ ਬੜੀ ਉੱਚੀ ਕੂਕ ਨਾਲ ਉਹ ਔਰਤ ਪੁਕਾਰਦੀ ਹੈ। ਕਰਨ ਲੱਗੀ ਬਿਰਲਾਪ ਕਨੇਰਾ। ਬਹੁਤਾ ਬਿਰਲਾਪ ਕਰਦੀ ਹੈ, ਪੁੱਤਰ ਉੱਠ ਪੈ, ਜਾਗ ਪੈ, ਤੂੰ ਮੇਰਾ ਇੱਕੋ ਇੱਕ ਆਸਰਾ ਹੈ। ਮੁਝੇ ਅਲੰਬ ਸਤਿਗੁਰੂ ਤੇਰਾ। ਮੇਰਾ ਤੇਰਾ ਆਸਰਾ ਸਤਿਗੁਰੂ ਹਨ। ਉੱਠ ਪੁੱਤਰ, ਗੁਰੂ ਕਿਰਪਾ ਸਦਕਾ ਉੱਠ ਪੈ, ਜਾਗ ਪੈ। ਸੁਤ ਬਿਨ ਮੇਰੋ ਕੋ ਜਗ ਨਾਈ। ਤੇ ਹੁਣ ਸਤਿਗੁਰੂ ਸਾਹਿਬ ਜੀ ਅੱਗੇ ਬੇਨਤੀ ਵੀ ਕਰਦੀ ਹੈ, ਅਰਜ਼ੋਈ ਕਰਦੀ ਹੈ, ਮਹਾਰਾਜ ਬਖਸ਼ਿਸ਼ ਕਰੋ, ਇਹ ਮੇਰਾ ਇੱਕੋ ਇੱਕ ਆਸਰਾ ਹੈ। ਇੱਕ ਪੁੱਤਰਾ ਮੈਂ ਸੰਕਟ ਮਾਈ। ਮਹਾਰਾਜ ਮੇਰਾ ਇੱਕੋ ਪੁੱਤਰ ਸੀ, ਮੈਂ ਹੁਣ ਦੁਖੀ ਹਾਂ, ਸੰਕਟ ਵਿੱਚ ਹਾਂ। ਸ਼ਰਨ ਆਪ ਕੀ
आन रहे हम। हे ਸਤਿਗੁਰ ਜੀ ਮਹਾਰਾਜ, ਅਸੀਂ ਤੁਹਾਡੀ ਸ਼ਰਨ ਆਏ ਆ। ਸਿੰਘ ਸਰਨ ਕਤ ਜਾਈਐ ਜੋ ਜੰਬੂ ਗ੍ਰਸ ਹੈ। ਵੀ ਬੰਦਾ ਸ਼ੇਰ ਕੋਲ ਚਲਾ ਜਾਵੇ ਵੀ ਸ਼ੇਰ ਮੇਰਾ ਧਿਆਨ ਰੱਖੀ, ਇਹ ਗਿੱਦੜ ਮੈਨੂੰ ਤੰਗ ਨਾ ਕਰਨ, ਤੇ ਸ਼ੇਰ ਆਖਦਾ ਫਿਕਰ ਨਾ ਕਰ ਤੇਰੇ ਨਾਲ ਆ। ਵੀ ਸ਼ੇਰ ਕੌਣ? ਸਤਿਗੁਰ ਸਾਹਿਬ ਜੀ ਮਹਾਰਾਜ। ਇਹ ਗਿੱਦੜ ਜਮਦੂਤ। ਸਿੰਘ ਸਰਨ ਕਤ ਜਾਈਐ ਜੋ ਜੰਬੂ ਗ੍ਰਸ ਹੈ। ਵੀ ਮਹਾਰਾਜ ਤੁਹਾਡੀ ਸ਼ਰਨ ਆਏ ਆ, ਸਾਨੂੰ ਲਾਜ ਰੱਖੋ ਸ਼ਰਨ ਪਿਆ ਦੀ। ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸ਼ਵਾਮੀ ਛੰਦਾ, ਇਹ ਸਤਿਗੁਰ ਸਾਹਿਬ ਦਾ ਬਿਰਧ ਹੈ। ਜਿਹੜਾ ਗੁਰੂ ਕੀ ਸ਼ਰਨ ਆ ਗਿਆ ਉਹਦੀ ਹਰ ਵੇਲੇ ਰੱਖਿਆ ਹੁੰਦੀ ਹੈ। इसकी लाज विचारो और तुम। ਇਹ ਸਤਿਗੁਰ ਜੀ ਇਹਦੀ ਲਾਜ ਵਿਚਾਰੋ, ਤੁਹਾਡਾ ਆਪਣਾ ਭਲਾ ਹੈ ਇਹਦੇ ਵਿਖੇ, ਤੁਹਾਡੀ ਲਾਜ ਇਹਦੇ ਵਿੱਚ ਹੈ। हाय हाय कै कूक पुकारे। ਉਹ ਵਿਧਵਾ ਮਾਂ ਹਾਏ ਹਾਏ ਕੂਕਦੀ ਹੈ, ਪੁਕਾਰ ਕਰਦੀ ਹੈ। पीटत सिर के बारे उखारे। ਕਦੀ ਆਪਣੇ ਪੱਟਾਂ ਨੂੰ ਪਿੜਦੀ ਹੈ, ਕਦੀ ਸਿਰ ਦੇ ਵਾਲ ਉਖਾੜਦੀ ਹੈ, ਤੇ ਇਸ ਤਰ੍ਹਾਂ ਬਾਰ-ਬਾਰ ਬਿਲਾਪ ਕਰਦੀ ਹੈ। तब बल्लू ने आन सुनाई। ਤਾਂ ਭਾਈ ਬੱਲੂ ਜੀ ਨੇ ਆ ਕੇ ਸੁਣਾਇਆ ਹੈ। श्री प्रभ मैं कै बहु समझाई। हे ਮਹਾਰਾਜ, ਮੈਂ ਬੜਾ ਸਮਝਾਇਆ ਉਸ ਨੂੰ, ਪਰ ਸਮਝੀ ਨਹੀਂ। ਉਹਦਾ ਪੁੱਤਰ ਚੜਾਈ ਕਰ ਗਿਆ ਹੈ। सुनत रुदन पुन करत कनेरा। ਤੇ ਮਹਾਰਾਜ ਉਹ ਹੋਰ ਵੱਧ ਰੋ ਰਹੀ ਹੈ। ਹੁਣ ਉਹਨੂੰ ਚਾਹ ਚੜ ਗਿਆ ਮੇਰਾ ਪੁੱਤਰ ਜੀ ਤਾਂ ਪਵੇਗਾ। ਇੱਕ ਚਾਹ ਵੀ ਹੈ, ਦੂਜਾ ਦੁੱਖ ਵੀ ਹੈ, ਇਸ ਕਰਕੇ ਵੱਧ ਰੋਂਦੀ ਹੈ। विधवा पुत्र मरियो तर गेरा। ਇਹ ਸਤਿਗੁਰ ਜੀ ਉਹ ਵਿਧਵਾ ਹੈ, ਉਹਦਾ ਪੁੱਤਰ ਧਰਤੀ ਤੇ ਮਰਿਆ ਪਿਆ ਹੈ। तब किरपाल निकसे निज द्वारे। ਤਾਂ ਫਿਰ ਕਿਰਪਾ ਦੇ ਘਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਹਿਲਾਂ ਤੋਂ ਬਾਹਰ ਆਏ ਹਨ। गए तहां जै रुदनी उचारे। ਜਿੱਥੇ ਉਹ ਵਿਧਵਾ ਮਾਂ ਰੋਂਦੀ ਹੈ, ਰੁਦਨ ਕਰਦੀ ਹੈ, ਉੱਥੇ ਸਤਿਗੁਰੂ ਜੀ ਪਹੁੰਚੇ ਹਨ। निज पग पंकज शीस छुआयो। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਚਰਨਾਂ ਦੁਆਰਾ ਉਹਦਾ ਸੀਸ ਝੁਕਾਤਾ। ਸੀਸ ਨੂੰ ਚਰਨ ਲਾਇਆ ਤੇ ਉਸੇ ਵੇਲੇ ਉਹਦੇ ਅੰਦਰ ਪ੍ਰਾਣ ਆ ਗਏ ਹਨ। मृतक बाल तत्काल जीवायो। ਮ੍ਰਿਤਕ ਬਾਲ ਤਤਕਾਲ ਜੀਵਾਇਓ। ਮ੍ਰਿਤਕ ਬੱਚਾ ਉਸੇ ਵੇਲੇ ਜੀ ਪਿਆ। ਇਹ ਗੁਰੂ ਸਾਹਿਬ ਜੀ ਅੰਦਰ ਕਲਾ ਹੈ। ਗੁਰੂ ਤਾਂ ਇਹੀ ਹੈ ਜਿਹੜਾ ਹਰ ਇੱਕ ਨੂੰ ਪ੍ਰਕਾਸ਼ ਦੇਵੇ। ਗੂ ਨਾਮ ਹਨੇਰੇ ਦਾ, ਰੂ ਨਾਮ ਪ੍ਰਕਾਸ਼ ਦਾ। ਜਿਹੜਾ ਹਰ ਹਰਕਤ ਨੂੰ ਚਾਲੂ ਕਰ ਦਵੇ, ਸਟਾਰਟ ਕਰ ਦਵੇ, ਉਹੀ ਤਾਂ ਗੁਰੂ ਹੈ। ਕਿਸੇ ਅੰਦਰ ਕਲਾ ਪਾ ਦਵੇ, ਨਾਸ਼ ਕਰ ਦਵੇ, ਉਹੀ ਤਾਂ ਗੁਰੂ ਹੈ। ਭਾਵੇਂ ਹੈ ਤਾਂ ਕਲਾ ਹੀ ਹੈ, ਪਰ ਮਹਾਰਾਜ ਪ੍ਰਤੱਖ ਕਲਾ ਵਿਖਾ ਰਹੇ ਹਨ। ਜਦੋਂ ਆਪਣਾ ਪੈਰ ਉਹਦੇ ਸੀਸ ਨੂੰ ਛੁਆਇਆ ਹੈ, ਉਹ ਬੱਚਾ ਉਸੇ ਵੇਲੇ ਜੀ ਪਿਆ ਹੈ। सुत समेत कर गुर को बंदन। ਤੇ ਵਿਧਵਾ ਵਾ ਬੜੀ ਖੁਸ਼ ਹੋਈ। ਖੁਸ਼ ਹੋ ਕੇ ਆਪਣੇ ਪੁੱਤਰ ਸਹਿਤ ਉਸ ਮਾਂ ਨੇ ਮੱਥਾ ਟੇਕਿਆ ਹੈ। गमनी सदन संग कर नंदन। ਆਖੋ ਸਤਨਾਮ ਸ੍ਰੀ। ਪੁੱਤਰ ਜੀ ਪਿਆ, ਮਾਂ ਦੌੜ ਪਈ, ਕੰਮ ਪੂਰਾ ਹੋ ਗਿਆ। ਇਹੀ ਤਾਂ ਦੁਨੀਆ ਦੀ ਇੱਕ ਖਾਸੀਅਤ ਵੇ ਤੇ ਨੁਕਸਾਨ ਵੀ ਹੈ। ਆਪਣਾ ਮਤਲਬ ਪੂਰਾ ਹੋ ਗਿਆ, ਸਤਿਗੁਰ ਜਾਣ ਪਰੇ। ਉਹ ਮਾਂ ਦਾ ਪੁੱਤਰ ਤਾਂ ਜਿੰਦਾ ਹੋ ਗਿਆ, ਮਾਂ ਤੁਰ ਪਈ, ਪਰ ਇਹ ਨਹੀਂ ਜਾਣਿਆ ਵੀ ਜਿਹਨੇ ਪੁੱਤਰ ਜਿਵਾਇਆ ਹੈ ਉਹੀ ਤਾਂ ਇਹਦਾ ਆਸਰਾ ਹੈ, ਉਹੀ ਸਭ ਕੁਝ ਦੇਣ ਵਾਲਾ ਹੈ। ਪਰ ਇਸ ਤਰ੍ਹਾਂ ਮਾਂ ਦੇ ਮਨ ਵਿਖੇ ਮਮਤਾ ਤੇ ਹੈ, ਪਰ ਗੁਰੂ ਦੀ ਕਲਾ ਪ੍ਰਤੱਖ ਵਰਤੀ ਹੈ। श्री गुर अमर गए निज थान। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਮਹਿਲਾਂ ਵਿਖੇ ਗਏ ਹਨ। बल्लू सो इस रीत बखान। ਸਤਿਗੁਰੂ ਜੀ ਭਾਈ ਬੱਲੂ ਨੂੰ ਇਸ ਤਰ੍ਹਾਂ ਫਰਮਾਨ ਕਰਦੇ ਹਨ। मृतक जीवावन भली न बात। ਭਾਈ ਬੱਲੂ ਜੀ ਇਹ ਗੱਲ ਚੰਗੀ ਨਹੀਂ। ਪਤਾ ਵੀ ਹੈ ਮਹਾਰਾਜ ਜੀ ਨੂੰ,
ਵੀ ਰੱਬ ਦਾ ਹੁਕਮ ਹੈ, ਉਹਨੂੰ ਟਾਲਣਾ ਔਖਾ ਹੈ, ਟਾਲਿਆ ਜਾਣਾ ਨਹੀਂ। ਪਰ ਇਹ ਗੱਲ ਚੰਗੀ ਨਹੀਂ ਵੀ ਹਰ ਵੇਲੇ ਕੋਈ ਬੰਦਾ ਮਰ ਜਾਵੇ ਅਸੀਂ ਜਿਵਾ ਦਈਏ, ਇਹ ਰੱਬ ਦੀ ਮਰਿਆਦਾ ਤੋਂ ਉਲਟ ਹੈ। ਜਾਂ ਤੇ ਅਬ ਇਸ ਤੇ ਉਪਰਾਂਤ, ਇਸ ਤੋਂ ਵੱਡੀ ਗੱਲ ਕਰੀਏ, ਛੋਟੀ ਗੱਲ ਤਾਂ ਬੜੀਆਂ ਹੋ ਗਈਆਂ, ਹੁਣ ਇਸ ਤੋਂ ਉਪਰਾਂਤ ਹੋ ਜਾਈਏ ਵੀ ਇਸ ਭੈੜੇ ਕੰਮ ਤੋਂ ਅਸੀਂ ਦੂਰ ਹੋ ਕੇ। ਨਰ ਤ੍ਰਿਐ ਮਿਰਤਕ ਹੋਏ ਕਬ ਨਾਈ, ਇਸ ਨਗਰੀ ਵਿਖੇ ਕੋਈ ਔਰਤ ਕੋਈ ਮਰਦ ਮ੍ਰਿਤਕ ਹੋਵੇਗਾ ਹੀ ਨਹੀਂ। ਆਖੋ ਸਤਨਾਮ ਸ੍ਰੀ। ਕਿਸੇ ਨੂੰ ਮੌਤ ਨਹੀਂ ਆਵੇਗੀ। ਇਸ ਗੋਬਿੰਦਵਾਲ ਸਾਹਿਬ ਵਿਖੇ ਕੋਈ ਮਨੁੱਖ ਕੋਈ ਔਰਤ ਆਪਣਾ ਸਰੀਰ ਤਿਆਗ ਕੇ ਅਕਾਲ ਚਲਾਣਾ ਨਹੀਂ ਕਰੇਗਾ। ਜਬ ਲਗ ਤਨ ਧਰ ਹਮ ਪੁਰ ਮਾਈ, ਪਰ ਇੱਕ ਕੰਡੀਸ਼ਨ ਹੈ, ਇੱਕ ਸ਼ਰਤ ਹੈ ਸਾਡੇ ਸਰੀਰ ਤੱਕ। ਅਸੀਂ ਜਿਤਨੇ ਸਮੇਂ ਇਸ ਧਰਤੀ ਵਿਖੇ ਰਵਾਂਗੇ ਇੱਥੇ ਕੋਈ ਮੌਤ ਨਹੀਂ ਹੋਵੇਗੀ। ਜਮ ਕੋ ਠਾਕ ਦਿਓ ਤਿਸ ਕਾਲ, ਉੱਥੇ ਜਮਦੂਤ ਨੂੰ ਰੋਕਤਾ ਨਾ, ਇੱਥੇ ਨਾ ਆਈ। ਇੱਥੇ ਰੱਬ ਦਾ ਭਜਨ ਹੁੰਦਾ ਹੈ, ਇੱਥੇ ਸਾਧ ਰਹਿੰਦੇ ਹਨ, ਸਾਰੇ ਗੁਰਮੁਖ ਰਹਿੰਦੇ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਇੱਥੇ ਰੱਬ ਦਾ ਕੀਰਤਨ ਰੋਜ਼ ਹੀ ਹੁੰਦਾ ਹੈ। ਤੇ ਦੂਤ ਇੱਥੇ ਨਾ ਆਈ, ਇੱਥੇ ਕਿਸੇ ਦੀ ਮੌਤ ਨਹੀਂ ਹੋਵੇਗੀ। ਸਤਿਗੁਰੂ ਸਾਹਿਬ ਜੀ ਨੇ ਜਮਦੂਤ ਨੂੰ ਰੋਕ ਦਿੱਤਾ ਹੈ। ਜੋ ਸਭ ਜੀਵਨ ਕਰ ਤੋ ਕਾਲ, ਜਿਹੜਾ ਜਮਦੂਤ ਸਭ ਦਾ ਕਾਲ ਕਰਦਾ ਸੀ। ਕਾਲ ਕਰਨਾ ਮਾਰਨਾ, ਕਾਲ ਸਮਾਂ ਟਾਈਮ, ਜਿਹੜਾ ਟਾਈਮ ਦੇ ਅਧੀਨ ਹੈ, ਪਰ ਰੱਬ ਟਾਈਮ ਲੈਸ ਹੈ। ਉਹਦੇ ਅਕਾਲ ਰੂਪ ਵਿਖੇ ਕੋਈ ਸਮਾਂ ਨਹੀਂ, ਕੋਈ ਦਿਨ ਨਹੀਂ, ਕੋਈ ਘੜੀ ਨਹੀਂ। ਜਦੋਂ ਸੁਰਤੀ ਜੁੜ ਜਾਵੇ ਉਹਦੇ ਵਿਖੇ ਉਦੋਂ ਟਾਈਮ ਦਾ ਪਤਾ ਲੱਗਦਾ ਹੀ ਨਹੀਂ। ਆਖੋ ਸਤਨਾਮ ਸ੍ਰੀ। ਹਰ ਚੀਜ਼ ਦੁਨੀਆ ਦੀ ਸਮੇਂ ਦੇ ਅਧੀਨ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ शिवजू अवतरा। शिवजू भी काल बाके पैदा होया, ब्रह्मा भी काल द्वारा, सब काल द्वारा, सकल काल का किया तमाशा। काल दा तमाशा है, पर उस काल नू काबू करने वाला अकाल स्वरूप परमात्मा आप है। परमात्मा दे प्यारे धन धन श्री गुरु अमरदास जी हैं, जिन्हां ने काल नू बस कर लिया भी काल इत्थे ना आई, तेरी लोड़ नहीं इत्थे, असी जितना समा शरीर विखे रवांगे तुसा ने इत्थे नहीं आउणा। गोविंदवाल बिखे ने आवो, गोविंदवाल बिखे नहीं आवो, तुसी गोविंदवाल साहिब विखे नहीं आउणा। किसके प्राण नहीं बिनसावो, इस नगरी विखे किसी दे प्राण बिंछन वाले नहीं, तुसी प्राण लैके नहीं जाना, इत्थे हर मनुख जिंदा रहेगा। दोए 20 सम्मत लो सतगुर, तकरीबन 22 साल महाराज इत्थे रहे। दोए दो ते बिनसत 20 आखदे, शब्द संस्कृत दा बिनसत भी दो ते 20 बन गए 22 साल। 22 साल महाराज गोविंदवाल साहिब विखे गुरियाई कीती, गुरु बन के शब्द का प्रकाश किया, ते 22 साल गोविंदवाल साहिब विखे किसी दी मौत नहीं हुई। तब लो स्त्री पुरख आनंदे, उस दिन तो लैके गोविंदवाल साहिब विखे हर औरत हर मनुख आनंद विच है, किसी दी मौत नहीं हो रही, सब नू ये फिक्र हट गया है। किसके ने जम प्राण निकंदे, जमदूत आउंदा नहीं ते प्राण किदे जान। हर मनुख प्राणा दे आसरे गुरु साहिब जी दा जस गाउंदा है। जुत परिवार बसे सुख पाई, परिवार सहित हर मनुख हर औरत सुख पा रहे हैं। जम को त्रास दियो बिसराई, एक डर भुल गया कि जमदूत आउणा नहीं, फिकर ही भुल गया जमदूत दा। गोविंदवाल साहिब विखे घर घर विखे खुशियां आ गई हैं। अचरज चरित गुरु के महा, खालसा जीओ एक गुरु दे आश्चर्य कौतक हन। इहदी कोई फिलोसफी ना कर लेना घड़ लेना, ये नहीं हो सकता। हो सकता है जिदे विश्वास है भरोसा है उत्थे हर गल हो सकती है। अगे कथा आवेगी कि रब चाहे तो
ਸੁਮੇਰ ਪਰਬਤ ਨੂੰ ਚਲਾ ਸਕਦਾ ਹੈ। ਜਿੱਥੇ ਖੂਹ ਹਨ ਉੱਥੇ ਪਹਾੜ ਖੜੇ ਕਰ ਸਕਦਾ ਹੈ। ਜਲ ਤੇ ਥਲ ਕਰ ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਇਹ ਸਮਰੱਥਾ ਗੁਰੂ ਦੇ ਅੰਦਰ ਹੈ। ਵੀ ਕੋਈ ਕਿੰਤੂ ਨਾ ਕਰਨਾ ਵੀ ਇਹ ਗੱਲ ਨਹੀਂ ਹੋ ਸਕਦੀ। ਇੱਥੇ ਤਾਂ ਸ਼ਰਧਾ ਹੈ, ਭਾਵਨਾ ਹੈ, ਵਿਸ਼ਵਾਸ ਹੈ। ਸਤਿਗੁਰੂ ਜੀ ਹਰ ਗੱਲ ਨੂੰ ਕਰ ਦਿੰਦੇ ਹਨ। ਉਸ ਵਿਖੇ ਚਿੰਤਾ ਹੈ ਹੀ ਨਹੀਂ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ। ਉੱਥੇ ਤਾਂ ਨਾਨਕ ਹੀ ਹੈ, ਨਾ ਅਨੇਕ, ਇੱਕੋ ਹੀ ਰੱਬ ਹੈ। ਤੇ ਮਹਾਰਾਜ ਇਹ ਪ੍ਰਤੱਖ ਕਲਾ ਸਤਿਗੁਰੂ ਸਾਹਿਬ ਜੀ ਨੇ ਵਰਤਾਈ ਹੈ। ਦੀਪਕ ਬਰੇ ਤੇਲ ਨੇ ਜਹਾਂ, ਜਿੱਥੇ ਦੀਵਾ ਬਲਦਾ ਹੋਵੇ ਪਰ ਤੇਲ ਨਾ ਹੋਵੇ, ਇਹ ਅਚਰਜ ਘਟਨਾ ਹੈ। ਤੇਲ ਨਹੀਂ ਪਰ ਦੀਵਾ ਬਲ ਰਿਹਾ, ਕਿਸੇ ਤਰ੍ਹਾਂ ਪ੍ਰਾਣ ਨਹੀਂ ਪਰ ਬੰਦਾ ਹਰਕਤ ਕਰ ਰਿਹਾ ਹੈ। ਇਹ ਪ੍ਰਤੱਖ ਘਟਨਾ ਹੈ ਵੀ ਰੱਬ ਦੇ ਪਿਆਰਿਓ, ਬਿਨ ਤੇਲ ਦੀਵਾ ਕਿਉਂ ਜਲੇ? ਕਿਵੇਂ ਜਲ ਜਾਏਗਾ? ਪਰ ਮਹਾਰਾਜ ਬਿਨਾ ਤੇਲ ਤੋਂ ਦੀਵੇ ਨੂੰ ਜਗਾ ਸਕਦੇ ਹਨ। ਸਿਕਤਾ ਮੈਂ ਤੇ ਤੇਲ ਨਿਕਾਸੈ, ਰੇਤ ਦੇ ਅੰਦਰੋਂ ਤੇਲ ਕੱਢ ਸਕਦੇ ਨੇ। ਰੇਤ ਖੁਸ਼ਕ ਹੈ, ਉਹਦੇ ਅੰਦਰ ਤੇਲ ਨਹੀਂ, ਪਰ ਮਹਾਰਾਜ ਚਾਹਣ ਤਾਂ ਰੇਤ ਦੇ ਅੰਦਰੋਂ ਤੇਲ ਕੱਢ ਸਕਦੇ ਹਨ। ਸਿਕਤਾ ਕੋ ਜਲ ਕਰ ਤ੍ਰਿਪਤਾਸੈ, ਜਿੱਥੇ ਰੇਤ ਹੀ ਰੇਤ ਹੋਵੇ, ਰੇਤ ਖੁਸ਼ਕ ਹੁੰਦੀ ਹੈ। ਉੱਥੇ ਪਾਣੀ ਪਾਈ ਜਾਓ, ਕੁਝ ਸਮੇਂ ਬਾਅਦ ਪਾਣੀ ਫਿਰ ਖੁਸ਼ਕ ਹੋ ਜਾਏਗਾ। ਪਰ ਸਤਿਗੁਰੂ ਜੀ ਚਾਹਣ ਸਿਕਤਾ ਕੋ, ਰੇਤ ਨੂੰ ਤ੍ਰਿਪਤ ਕਰ ਸਕਦੇ ਨੇ, ਰਜਾ ਸਕਦੇ ਨੇ। ਵੀ ਰੇਤ ਤੈਨੂੰ ਪਾਣੀ ਨਾਲ ਭਰਪੂਰ ਕਰ ਦਈਏ, ਤੇਰੀ ਤ੍ਰਿਪਤੀ ਕਰ ਦਈਏ। ਜਲ ਪਰ ਪਾਵਕ ਪਰਮ ਪ੍ਰਜਾਰੈ, ਪਾਣੀ ਵਿਖੇ ਅੱਗ ਨਹੀਂ ਬਲ ਸਕਦੀ, ਪਰ ਮਹਾਰਾਜ ਚਾਹਣ ਤਾਂ ਪਾਣੀ ਉੱਤੇ ਅੱਗ ਬਾਲ ਸਕਦੇ ਹਨ। ਪਾਵਕ ਚੰਦਰ ਸਦ੍ਰਿਸ਼ ਕਰ ਡਾਰੈ, ਹਾਂਜੀ ਦੁਬਾਰਾ ਪੜੋ ਜੀ। ਪਾਵਕ ਚੰਦਰ ਸਦ੍ਰਿਸ਼ ਕਰ ਡਾਰੈ, ਤੇ ਜਿਹੜਾ ਪਾਵਕ ਹੈ, ਅੱਗ ਹੈ, ਉਹਨੂੰ ਠੰਡਾ ਕਰ ਸਕਦੇ ਨੇ। ਪਾਵਕ ਅੱਗ, ਉਹਨੂੰ ਚੰਦਰਮਾ ਵਾਂਗ ਠੰਡਾ ਕਰ ਸਕਦੇ ਨੇ ਮਹਾਰਾਜ। ਸਤਿਗੁਰੂ ਸਾਹਿਬ ਜੀ ਦੀ ਇਹ ਪ੍ਰਤੱਖ ਕਲਾ ਹੈ। ਚੰਦ ਦਨਿੰਦ ਮਨਿੰਦ ਬਣਾਵੇ, ਜਿਹੜਾ ਠੰਡਾ ਹੈ ਉਹਨੂੰ ਗਰਮ ਕਰ ਸਕਦੇ ਨੇ। ਚੰਦਰਮਾ ਠੰਡਾ ਹੈ, ਸਤਿਗੁਰੂ ਸਾਹਿਬ ਜੀ ਫਰਮਾਨ ਕਰਦੇ ਕਿ ਚੰਦਰ ਚੰਦਨਾ ਸਰਦ ਰੁੱਤ, ਇਹ ਤਿੰਨੋਂ ਠੰਡੇ ਹਨ। ਪਰ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਚੰਦਰਮਾ ਠੰਡਾ ਹੈ, ਪਰ ਮਹਾਰਾਜ ਉਸ ਨੂੰ ਸੂਰਜ ਵਾਂਗ ਤਪਾ ਸਕਦੇ ਹਨ। ਛਿਤ ਪਰ ਆਨੰਦ ਨਿੰਦ ਛੁਹਾਵੇ, ਉਹ ਸੂਰਜ ਭਾਵੇਂ ਜਿੱਥੇ ਮਰਜੀ ਹੋਵੇ, ਉਹ ਧਰਤੀ ਤੇ ਆ ਸਕਦਾ ਹੈ। ਆਉਣਾ ਔਖਾ ਹੈ, ਪਰ ਸਤਿਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਹੈ, ਸੂਰਜ ਧਰਤੀ ਤੇ ਆ ਸਕਦਾ ਹੈ। ਛਿਤ ਕੋ ਵਾਯੂ ਸਮਾਨ ਚਲਾਵੇ, ਜਿਹੜੀ ਧਰਤੀ ਹੈ ਸਤਿਗੁਰੂ ਉਹਨੂੰ ਉਡਾ ਸਕਦੇ ਨੇ। ਧਰਤੀ ਉੱਡ, ਧਰਤੀ ਨੂੰ ਉੱਡਣਾ ਪਵੇਗਾ। ਸਤਿਗੁਰੂ ਜੀ ਇਹ ਕਲਾ ਵਿਖਾ ਸਕਦੇ ਹਨ। ਵਾਯੂ ਕੋ ਸਮ ਮੇਰ ਟਿਕਾਵੇ, ਤੇ ਹਵਾ ਨੂੰ ਮੇਰ ਸਮਾਨ ਟਿਕਾ ਸਕਦੇ ਹਨ। ਮੇਰ ਧੂਰ ਕਨ ਕਰੇ ਉਡਾਵੇ, ਜਿਹੜਾ ਸੁਮੇਰ ਪਰਬਤ ਹੋਵੇ ਉਹਨੂੰ ਧੂੜੀ ਵਾਂਗ ਉਡਾ ਸਕਦੇ। ਮੇਰ ਉੱਡ ਜਾ, ਇੱਕ ਫੂਕ ਮਾਰਨ ਸੁਮੇਰ ਪਰਬਤ ਨੂੰ ਧੂੜੀ ਵਾਂਗ ਉਡਾ ਸਕਦੇ ਹਨ। ਧੂਲੀ ਕਨ ਕੋ ਸੈਲ ਬਣਾਵੇ, ਜਿਹੜਾ ਕਿਣਕਾ ਮਾਤਰ ਧੂੜੀ ਹੋਵੇ ਸਤਿਗੁਰੂ ਜੀ ਉਹਨੂੰ ਪਹਾੜ ਬਣਾ ਸਕਦੇ ਹਨ। ਸੈਲ ਤੁੰਗ ਥਲ ਗਰਤ ਦੇ ਕਰ, ਜਿਹੜਾ ਕੋਈ ਵੱਡਾ ਪਰਬਤ ਹੋਵੇ ਉਹਨੂੰ ਬਿਲਕੁਲ ਧੂੜੀ ਵਾਂਗ ਕਰ ਸਕਦੇ ਹਨ। ਗਰਤ ਗਿਰੇ ਕੋ ਦੇ ਸੁਰਗ ਬਰ, ਜਿਹੜਾ ਥੱਲੇ ਗਿਰਿਆ ਹੋਵੇ ਉਹਨੂੰ ਉੱਚਾ ਕਰ ਸਕਦੇ ਨੇ। ਧੂੜ ਕਿਣਕਾ ਨੀਵਾ ਹੁੰਦਾ ਹੈ। ਜਿਹੜਾ ਰੱਬ ਦਾ ਪਿਆਰਾ ਗਰੀਬ ਹੋਵੇ, ਥੱਲੇ ਗਿਰਿਆ ਹੋਵੇ ਮਹਾਰਾਜ, ਉਹਨੂੰ ਪਰਬਤ ਵਾਂਗ ਉੱਚਾ ਕਰ ਸਕਦੇ ਹਨ। ਸੁਰਗ ਦੇਵ ਅਵਗਿਅਕ ਹੋਏ, ਕੋਈ ਦੇਵਤਾ ਸਵਰਗ ਦਾ ਅਵਗਿਆ ਕਰ ਦਵੇ, ਭੈੜਾ ਕੰਮ ਕਰ ਦਵੇ, ਤੇ ਉਸ ਦੇਵਤੇ ਨੂੰ ਵੀ ਧਰਤੀ ਵਿਖੇ ਆ ਕੇ ਫਿਰ ਨਰਕਾਂ ਵਿਖੇ ਜਾਣਾ ਪੈਂਦਾ ਹੈ। ਗੇਰੇ ਨਰਕ ਨ ਬਿਲ ਮੈਂ ਕੋਏ, ਉੱਥੇ ਬਿਲਮ ਨਹੀਂ ਲੱਗਦਾ।
ਦੇਰੀ ਨਹੀਂ ਹੁੰਦੀ ਉਹ ਦੇਵਤਾ ਵੀ ਅਵਗਿਆ ਕਰਨ ਵਾਲਾ ਨਰਕਾਂ ਵਿਖੇ ਜਾਂਦਾ ਹੈ। ਨਰਕ ਜਾਤ ਨਾ ਜੀਵ ਜੋ ਸਹੈ, ਜਿਹੜੇ ਬੰਦੇ ਨਰਕਾਂ ਵਿਖੇ ਜਾ ਕੇ ਦੁੱਖ ਪਾਉਂਦੇ ਹਨ ਗੁਰ ਕਰੁਣਾ ਤੇ ਮੁਕਤ ਸੁਲਹੈ। ਉਹ ਰੱਬ ਦੇ ਪਿਆਰੇ ਗੁਰੂ ਕਿਰਪਾ ਸਦਕਾ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਵਿਦ ਪਰ ਪੰਚ ਮਿਰਜਾਦ ਬਿਗਾਰੈ, ਇਹ ਮਰਿਆਦਾ ਵਿਧਾਤਾ ਦੀ ਹੈ, ਇਹ ਮਰਿਆਦਾ ਸੰਸਾਰ ਦੀ ਹੈ, ਪਰ ਮਹਾਰਾਜ ਇਹ ਮਰਿਆਦਾ ਨੂੰ ਵਿਗਾੜ ਸਕਦੇ ਹਨ। ਬਿਗਰੇ ਕੀ ਮਿਰਜਾਦ ਸੁਧਾਰੈ, ਜਿਹੜਾ ਵਿਗੜਿਆ ਹੋਵੇ ਉਹਦੀ ਮਰਿਆਦਾ ਬਣਾ ਸਕਦੇ ਹਨ। ਅਚਲ ਚਲਾਵੇਂ ਚਲਤ ਥਿਰਥਾਵੇਂ, ਜਿਹੜਾ ਅਚਲ ਟਿਕਿਆ ਹੋਵੇ ਉਹਨੂੰ ਚਲਾ ਸਕਦੇ ਹਨ। ਅਚਲ ਕੌਣ ਹੈ? ਇਹ ਮਨ ਅਚਲ ਵੀ ਹੈ, ਇਹਨੂੰ ਮਹਾਰਾਜ ਚਲਾ ਵੀ ਸਕਦੇ ਨੇ। ਤੇ ਇਹ ਮਨ ਚਲਾਏਮਾਨ ਵੀ ਹੈ, ਚੰਚਲ ਵੀ ਹੈ, ਇਹਨੂੰ ਰੋਕ ਵੀ ਸਕਦੇ ਨੇ। ਸੁਮੇਰ ਪਰਵਤ ਅਚਲ ਹੈ, ਸਤਿਗੁਰੂ ਨੂੰ ਚਲਾ ਸਕਦੇ ਹਨ। ਤੇ ਜਿਹੜੀ ਹਵਾ ਚੱਲ ਰਹੀ ਹੈ ਉਹਨੂੰ ਟਿਕਾ ਵੀ ਸਕਦੇ ਨੇ। ਇਸੇ ਤਰ੍ਹਾਂ ਸਾਡਾ ਮਨ ਜਿਹੜਾ ਹਰ ਵੇਲੇ ਚੰਚਲ ਬਣਿਆ ਰਹਿੰਦਾ ਹੈ, ਸਤਿਗੁਰੂ ਇਸ ਨੂੰ ਟਿਕਾ ਸਕਦੇ ਆਪਣੇ ਸ਼ਬਦ ਦੁਆਰਾ। ਰਾਓ ਰੰਕ ਰਾਓ ਬਣਾਵੇ, ਕੋਈ ਗਰੀਬ ਹੋਵੇ ਉਹਨੂੰ ਅਮੀਰ ਕਰ ਸਕਦੇ ਨੇ, ਜਿਹੜਾ ਅਮੀਰ ਹੋਵੇ ਉਹਨੂੰ ਗਰੀਬ ਕਰ ਸਕਦੇ ਨੇ। ਇਹ ਗੁਰੂ ਸਾਹਿਬ ਜੀ ਦੀ ਕਲਾ ਹੈ। ਖਲ ਮੂਰਖ ਤੇ ਜੋ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਖਲ ਮੂਰਖ ਬਿਲਕੁਲ ਡਲ ਹੋਵੇ, ਮੂਰਖ ਹੋਵੇ ਤੇ ਮਹਾਰਾਜ ਉਹਨੂੰ ਵਿਦਵਾਨ ਬਣਾ ਸਕਦੇ ਨੇ। ਛੱਜੂ ਝੀਵਰ ਨੂੰ ਮਹਾਰਾਜ ਨੇ ਵਿਦਵਾਨ ਬਣਾਇਆ ਤੇ ਬੜੇ ਬੜੇ ਵਿਦਵਾਨ ਉਹ ਧਰਤੀ ਵਿਖੇ ਗਰਕ ਹੋ ਗਏ। ਜਿਨ੍ਹਾਂ ਅੰਦਰ ਅਹੰਕਾਰ ਹੈ ਉਹ ਗਰਕ ਹੋ ਗਏ, ਨਿਮਰਤਾ ਵਾਲੇ ਚੜ ਗਏ ਆਕਾਸ਼ ਤੇ। ਇਹ ਸਤਿਗੁਰੂ ਸਾਹਿਬ ਜੀ ਦੀ ਪ੍ਰਤੱਖ ਕਲਾ ਹੈ। ਇਮ ਅਚਰਜ ਸਤਿਗੁਰ ਕੇ ਖੇਲ, ਵੀ ਖਾਲਸਾ ਜੀਓ ਇਹ ਗੁਰੂ ਦੇ ਖੇਲ ਅਚਰਜ ਹਨ, ਇਹਨਾਂ ਤੇ ਕਿੰਤੂ ਨਾ ਕਰਨਾ, ਇਹ ਸਤਿਗੁਰੂ ਜੀ ਆਪ ਹੀ ਕਰ ਸਕਦੇ ਹਨ। ਜਿਨ ਕੋ ਕੋਏ ਨਾ ਸਾਕਸ ਪੇਲ, ਜਿਨ੍ਹਾਂ ਨੂੰ ਕੋਈ ਬੰਦਾ ਦੂਰ ਨਹੀਂ ਕਰ ਸਕਦਾ, ਕੋਈ ਬੰਦਾ ਆਮ ਇਹ ਹਰਕਤ ਨਹੀਂ ਕਰ ਸਕਦਾ, ਪਰ ਮਹਾਰਾਜ ਸਮਰੱਥ ਹਨ। ਚਾਹੇ ਸੋ ਕਰੇ ਪ੍ਰਭੂ ਸਮਰੱਥ, ਜੋ ਸਤਿਗੁਰ ਚਾਹਣ ਉਹ ਕਰ ਸਕਦੇ ਹਨ, ਪਰ ਕਰਦਾ ਕੀ ਹੈ ਪਰਮਾਤਮਾ? ਕਰਨ ਕਾਰਨ ਸਮਰੱਥ ਹੈ, ਸਾਧ ਸੰਗਤ ਦਾ ਕਰੈ ਕਰਾਇਆ। ਭਾਈ ਗੁਰਦਾਸ ਜੀ ਫਰਮਾਨ ਕਰਦੇ, ਪਰਮਾਤਮਾ ਸਮਰੱਥ ਹੈ, ਹਰ ਕੰਮ ਨੂੰ ਕਰ ਸਕਦਾ ਹੈ, ਪਰ ਕਰਦਾ ਕੀ ਹੈ? ਸਾਧ ਸੰਗਤ ਦਾ ਕਰੈ ਕਰਾਇਆ। ਜੋ ਸੰਗਤ ਆਖ ਦਵੇ, ਗੁਰਮੁਖ ਆਖ ਦੇਣ, ਰੱਬ ਨੂੰ ਕਰਨਾ ਪੈਂਦਾ ਹੈ। ਰੱਬ ਨੂੰ ਕਰਨਾ ਪਿਆ, ਬੁੱਧੂ ਦਾ ਆਵਾ ਕੱਚਾ ਨਿਕਲਿਆ। ਭਾਈ ਰੱਬ ਦੇ ਪਿਆਰੇ ਨੇ ਆਖਿਆ ਨਹੀਂ ਮਹਾਰਾਜ ਆਵਾ ਕੱਚਾ ਹੀ ਰਵੇਗਾ, ਕੱਚਾ ਹੀ ਨਿਕਲਿਆ। ਤੇ ਸੰਗਤ ਨੇ ਆਖਿਆ, ਗੁਰਮੁਖਾਂ ਨੇ ਆਖਿਆ, ਪ੍ਰਤੱਖ ਘਟਨਾ ਹੈ। ਮਹਾਰਾਜ ਹਰ ਕੰਮ ਨੂੰ ਕਰਨ ਵਿਖੇ ਸਮਰੱਥ ਹਨ। ਭੰਨਣ ਕੜਨ ਜਿਨ ਕੋ ਕੇ ਹੱਥ, ਕਿਸੇ ਨੂੰ ਸਵਾਰਨਾ ਹੈ, ਕਿਸੇ ਨੂੰ ਵਿਗਾੜਨਾ ਹੈ, ਇਹ ਗੁਰੂ ਦੇ ਹੱਥ ਵਿੱਚ ਹੈ। ਕਿਸੇ ਨੂੰ ਬਣਾਉਣਾ ਹੈ, ਸਵਾਰਨਾ ਹੈ, ਉਹ ਸਵਰ ਗਿਆ, ਉੱਚਾ ਹੋ ਗਿਆ, ਅਮੀਰ ਬਣ ਗਿਆ, ਵਿਦਵਾਨ ਬਣ ਗਿਆ, ਗੁਰਮੁਖ ਬਣ ਗਿਆ। ਕਿਸੇ ਨੂੰ ਵਿਗਾੜਨਾ ਹੈ, ਘੜਨਾ ਹੈ, ਇਹ ਗੁਰੂ ਆਪ ਕਰ ਸਕਦਾ ਹੈ। ਤਦਪ ਜੋ ਆਵਤ ਚਲੀ ਅਨਾਦ, ਪਰ ਫਿਰ ਵੀ ਜੋ ਮਰਿਆਦਾ ਤੁਰੀ ਆ ਰਹੀ ਹੈ, ਅਨਾਦ ਆਦਿ ਕਾਲ ਤੋਂ ਨਹੀਂ, ਜੋ ਮਰਿਆਦਾ ਸੰਸਾਰ ਦੀ ਬਣੀ ਹੈ, ਜੋ ਤੁਰੀ ਆ ਰਹੀ ਹੈ। ਰਾਖਨ ਹੇਤ ਰਖੇ ਮਿਰਜਾਦ, ਰੱਖਣ ਵਾਲੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਜੀ ਮਰਿਆਦਾ ਦੇ ਅੰਦਰ ਰਹਿੰਦੇ ਹਨ। ਦਇਆ ਸਿੰਧ ਸਿੱਖ ਵਤਸਲ ਮਹਾ, ਦਇਆ ਦੇ ਸਾਗਰ ਆਪਣੇ ਸਿੱਖਾਂ ਨੂੰ ਬੱਚਿਆਂ ਵਾਂਗ ਪ੍ਰੇਮ ਕਰਦੇ। ਇਹ ਸ਼ਬਦ ਹੈ ਵਾਤਸલ્ય ਸੰਸਕ੍ਰਿਤ ਦਾ, ਇਹਦਾ ਅਰਥ ਹੈ ਬੱਚਾ। ਜਿਵੇਂ ਕੋਈ ਬੱਚਾ ਕਿਸੇ ਗਾਂ ਦਾ ਹੋਵੇ ਤੇ ਗਾਂ ਨੂੰ ਬੜਾ ਪ੍ਰੇਮ ਕਰਦੀ ਹੈ, ਮਾਂ ਦਾ ਪੁੱਤਰ ਹੋਵੇ ਮਾਂ ਬੜਾ ਪ੍ਰੇਮ ਕਰਦੀ ਹੈ। ਇਸੇ ਤਰ੍ਹਾਂ ਗੁਰਸਿੱਖ ਭਗਤ ਰੱਬ ਦੇ ਪਿਆਰੇ ਗੁਰੂ ਦੇ ਪੁੱਤਰ ਹਨ
ਤੇ ਗੁਰੂ ਆਪਣੇ ਬੱਚਿਆਂ ਵਾਂਗ ਉਹਨਾਂ ਨੂੰ ਪ੍ਰੇਮ ਕਰਦਾ ਹੈ। ਸਤਿਗੁਰ ਦਇਆ ਦੇ ਸਾਗਰ ਹਰ ਗੁਰਸਿੱਖ ਨੂੰ ਆਪਣੇ ਬੱਚੇ ਵਾਂਗ ਰੱਖਦੇ ਹਨ। ਦਇਆ ਸਿੰਧ ਸਿੱਖ ਵਤਸਲ ਮਹਾ, ਜਸ ਵਿਸਰਤ ਭਇਓ ਜਹ ਕਹਾ। ਜਿੱਥੇ ਕਿੱਥੇ ਗੁਰੂ ਸਾਹਿਬ ਜੀ ਦਾ ਜਸ ਵਿਸਰ ਰਿਹਾ ਹੈ, ਹਰ ਪਾਸੇ ਥਾਂ ਥਾਂ ਤੇ ਗੁਰੂ ਸਾਹਿਬ ਜੀ ਦੀ ਵਡਿਆਈ ਹੋ ਰਹੀ ਹੈ। ਉੱਤਰ ਪੱਛਮ ਪੂਰਬ ਦੱਖਣ ਵਿਖੇ ਹਰ ਪਾਸੇ ਗੁਰਮੁਖ ਪਿਆਰੇ ਜੈ ਜੈਕਾਰ ਜਪੰਥ ਨਰਾ, ਜੈ ਜੈਕਾਰ ਕਰਦੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਜਿਨ੍ਹਾਂ ਨੇ ਕਾਲ ਨੂੰ ਆਪਣੇ ਕਾਬੂ 'ਚ ਬੰਦ ਕੀਤਾ ਹੋਇਆ ਹੈ। ਐਸੇ ਮਹਾਰਾਜ ਦੀ ਵਡਿਆਈ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਸਾਡੇ ਮਨ ਨੂੰ ਆਪਣੇ ਸ਼ਬਦ ਨਾਲ ਜੋੜਨ, ਇਸ ਮਨ ਨੂੰ ਚੜ੍ਹਦੀ ਕਲਾ ਬਖਸ਼ਣ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ। ਵਾਹਿਗੁਰੂ ਵਾਹਿ